ਮਾਝ ਮਹੱਲਾ ਚੌਥਾ। ਹਉ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਮਾਝ ਰਾਗ ਦੇ ਵਿੱਚ, ਮੈਂ ਗੋਬਿੰਦ ਪਰਮੇਸ਼ਰ ਦੇ ਗੁਣ ਅਤੇ ਨਾਮ ਨੂੰ ਹੀ ਧਿਆਉਂਦਾ। ਨਾਮ ਵਾਹਿਗੁਰੂ 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 ਤੇ ਗੁਣ ਮੂਲ ਮੰਤਰ ਦੇ ਵਿੱਚ, ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਵਿੱਚ, ਗੁਰਾਂ ਦੀ ਸਤਸੰਗ ਵਿੱਚ ਮਿਲ ਕੇ ਮੈਂ ਮਨ ਵਿੱਚ ਨਾਮ ਦੀ ਪ੍ਰੀਤੀ ਵਸਾਈ ਹੈ ਪਹਿਲਾਂ, ਤੇ ਨਾਮ ਨਾਲ ਮੇਰਾ ਪਿਆਰ ਬਣ ਜਾਏ, ਨਾਮ ਤੋਂ ਮੈਂ ਵਿਛੜਾ ਨਾ ਕਦੇ। 96 ਅੰਗ ਦੇ ਉੱਤੇ ਮਹਾਰਾਜ ਬਖਸ਼ਿਸ਼ ਕਰਦੇ ਅੱਗੇ, ਹਰ ਪ੍ਰਭ ਆਗਮਾ ਗੋਚਰ ਸੁਆਮੀ, ਮਿਲ ਸਤਿਗੁਰ ਹਰ ਰਸ ਕੀਚੈ ਜੀਓ। ਹੈ ਬਈ ਗੁਰਮੁਖੋ, ਵਾਹਿਗੁਰੂ ਅਕਾਲ ਪੁਰਖ ਜੋ ਹੈ ਨਾ, ਹਰੀ ਪ੍ਰਭੂ ਸੁਆਮੀ, ਜੋ ਮਾਲਕ ਸਾਰਿਆਂ ਦਾ, ਜੋ ਮਨ ਕਰਕੇ ਆਗਮ ਹੈ, ਅਪਹੁੰਚ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਉਸ ਵਾਹਿਗੁਰੂ ਦੇ ਨਾਮ ਰਸ ਨੂੰ ਮੈਂ ਸਤਿਗੁਰਾਂ ਦੇ ਨਾਲ ਮਿਲ ਕੇ ਪ੍ਰਾਪਤ ਕੀਤਾ ਹੈ। ਮੈਨੂੰ ਹੋਰ ਕਿਤੋਂ ਇਹ ਨਾਮ ਰਸ ਨਹੀਂ ਲੱਭਿਆ, ਗੁਰਾਂ ਦੀ ਕਿਰਪਾ ਨਾਲ ਮਿਲਿਆ। ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ। ਉਹ ਹਰੀ ਦਾ ਸੇਵਕ ਜਿਹੜਾ ਨਾ, ਰੱਬ ਦਾ ਪਿਆਰਾ ਸੇਵਕ ਜਨ, ਧੰਨਤਾ ਦੇ ਯੋਗ ਹੈ, ਸ਼ਾਬਾਸ਼ ਹੈ ਉਸ ਨੂੰ। ਜਿਹਨੇ ਹਰੀ ਪ੍ਰਭੂ ਵਾਹਿਗੁਰੂ ਨੂੰ ਜਾਣਿਆ, ਉਸ ਜਨ ਦੇ ਕੋਲ ਜਾ ਕੇ ਮੈਂ ਵਾਹਿਗੁਰੂ ਦੀਆਂ ਗੱਲਾਂ ਪੁੱਛਦਾ, ਬਾਤਾਂ ਕਰਦਾ, ਹਰ ਦਰ ਕੀਆਂ ਬਾਤਾਂ ਪੁੱਛਦਾ ਉਹਨੂੰ ਮੈਂ ਜਾ ਕੇ, ਭਈ ਰੱਬ ਦੀ ਹੋਰ ਕੋਈ ਗੱਲ ਸੁਣਾ, ਕੋਈ ਹੋਰ ਸੁਣਾ। ਜੇ ਮੈਨੂੰ ਰੱਬ ਦੀਆਂ ਬਾਤਾਂ ਸੁਣਾਵੇ ਚੰਗੀਆਂ ਚੰਗੀਆਂ, ਫਿਰ ਮੈਂ ਉਹਦੀ ਸੇਵਾ ਕਰਦਾ। ਪਾਪ ਮਲੋਵਾ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਉਹ ਜਨ ਦੇ ਚਰਨਾਂ ਨੂੰ ਮੈਂ ਝਸਦਾ ਤੇ ਦੋਨੋਂ ਚਰਨ ਮਲ ਮਲ ਕੇ ਧੋਂਦਾ, ਤੇ ਹਰੀ ਜਨ ਨਾਲ ਮਿਲ ਕੇ ਹਰੀ ਨਾਮ ਰਸ ਪੀਂਦਾ। ਕੋਈ ਪੂਰਨ ਪੁਰਖ ਕਹਿੰਦੇ ਪਹਿਲਾਂ ਕਹਿ ਦਿੱਤਾ ਤੇ ਬਾਣੀ ਪੜ੍ਹਨ ਵਾਲਾ ਮਿਲੇ। ਸੋ ਇਹ ਨਹੀਂ ਕਿ ਜਿਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਾ ਨੇ ਲਿਖਿਆ ਜਾਂ ਮੈਨੂੰ ਦੱਸਿਆ ਸੀ, ਕਹਿੰਦੇ ਉਹ ਮੈਂ 12 ਸਾਲ ਨੂੰ ਉਹ ਸਾਧ ਨੂੰ, ਜਟਾਂ ਵਾਲੇ ਨੂੰ ਰੋਟੀ ਖਵਾਉਂਦਾ ਰਿਹਾ। 12 ਸਾਲਾਂ ਬਾਅਦ ਜਦ ਕਿਹਾ ਕੋਈ ਕਿਰਪਾ ਕਰੋ, ਤਾਂ ਕਹਿੰਦਾ ਆਖੇ ਪਿੰਡੇ ਤੇ ਸਵਾਹ ਮਾਲ ਪਹਿਲਾਂ, ਜਟਾਂ ਰੱਖ। ਕਹਿੰਦੇ ਮੈਂ ਕਿਹਾ 12 ਸਾਲਾਂ 'ਚ ਸਵਾਹ ਹੀ ਮਿਲੀ ਮੈਨੂੰ। ਇਸ ਕਰਕੇ ਇਹੋ ਜਿਹਾ ਨਹੀਂ ਸਾਨੂੰ ਚਾਹੀਦਾ ਜਿਹੜਾ ਸਾਨੂੰ ਸਵਾਹ ਦੇਵੇ, ਜਟਾਂ ਦੇਵੇ। ਸੰਤ ਕੋ ਰਹਿਤਵਾਨ ਗੁਰਮੁਖ ਮਿਲੇ, ਸਤਿਗੁਰ ਦਾਤਾ ਨਾਮ ਦਿੜਾਇਆ, ਵਡ ਭਾਗੀ ਗੁਰ ਦਰਸ਼ਨ ਪਾਇਆ। ਜਦੋਂ ਵੱਡਿਆਂ ਭਾਗਾਂ ਨਾਲ ਗੁਰਾਂ ਦੇ ਮੈਨੂੰ ਦਰਸ਼ਨ ਹੋਏ ਨਾ, ਤਾਂ ਸਤਿਗੁਰ ਦਾਤਿਆਂ ਨੇ ਹਰੀ ਨਾਮ ਦ੍ਰਿੜ ਕਰਵਾਤਾ ਮੈਨੂੰ, ਕਿਰਪਾ ਦ੍ਰਿਸ਼ਟੀ ਨਾਲ ਵੀ ਤੱਕਿਆ। ਇਹ ਨਹੀਂ ਕਿ ਗੁਰਾਂ ਦੇ ਮੁਖ ਵਿੱਚੋਂ ਬੋਲਿਆ ਹੋਇਆ ਵਾਹਿਗੁਰੂ ਛੋਟੀ ਜੀ ਗੱਲ ਨਹੀਂ। ਸਤਿਗੁਰੂ ਇੱਕ ਵਾਰ ਵਾਹਿਗੁਰੂ ਕਹਿ ਕੇ ਮੁਰਦਾ ਜਿਉਂਦਾ ਕਰ ਦਿੰਦੇ। ਕਮਾਈ ਕਮਾਈ ਦਾ ਫਰਕ ਹੁੰਦਾ। ਸੋ ਜਦੋਂ ਸਤਿਗੁਰਾਂ ਨੇ ਮੈਂ ਦਰਸ਼ਨ ਕੀਤੇ, ਗੁਰਾਂ ਨੇ ਮੈਨੂੰ ਕਿਹਾ ਕਹੋ ਵਾਹਿਗੁਰੂ, ਦਾ ਇੱਕੋ ਵਾਰੀ ਕਿਹਾ ਗੁਰਾਂ ਨੇ। ਆ ਪਿੱਛੇ ਜੇ ਕੋਈ ਹਰਿਮੰਦਰ ਸਾਹਿਬ ਕੋਈ ਗਿਆ ਸੀ ਟਰਾਂਟੋ ਤੋਂ ਭੁਜੰਗੀ, ਜਾ ਕੇ ਜਦ ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਬਾਹਰ ਨਿਕਲਿਆ, ਕਹਿੰਦਾ ਗੁਰੂ ਨਾਨਕ ਦੇਵ ਜੀ ਐ ਸਾਖਿਆਤ ਸਾਹਮਣੇ ਖੜੇ ਐ, ਕਹਿੰਦੇ 5 ਵਾਰੀ ਮੈਨੂੰ ਵਾਹਿਗੁਰੂ ਕਹਾ ਕੇ ਫਿਰ ਅਲੋਪ ਹੋ ਗਏ ਮਹਾਰਾਜ। ਇਸ ਕਰਕੇ ਸਤਿਗੁਰੂ ਤਾਂ ਆਪ ਸਿੱਖਾਂ ਨੂੰ ਬਖਸ਼ਿਸ਼ ਕਰਦੇ, ਨਾਮ ਦੀ ਦਾਤ, ਨਾਮ ਜਪਾਉਂਦੇ ਨੇ ਸਤਿਗੁਰੂ, ਕਿਰਪਾ ਕਰਦੇ ਨੇ। ਅੰਮ੍ਰਿਤ ਰਸ ਸਾਚੇ ਅੰਮ੍ਰਿਤ ਬੋਲੀ, ਗੁਰ ਪੂਰੈ ਅੰਮ੍ਰਿਤ ਲੀਚੈ ਜੀਓ। ਜੋ ਗੁਰੂ ਸੱਚ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦੇ ਨੇ ਪਹਿਲਾਂ ਆਪ, ਅਤੇ ਜਿਨ੍ਹਾਂ ਦੀ ਅੰਮ੍ਰਿਤ ਵਾਂਗੂ ਮਿੱਠੀ ਬੋਲੀ ਹੈ, ਬਾਣੀ ਜਿਨ੍ਹਾਂ ਦੀ, ਉਹਨਾਂ ਪੂਰਿਆਂ ਗੁਰਾਂ ਪਾਸੋਂ ਕਹਿੰਦੇ ਨਾਮ ਅੰਮ੍ਰਿਤ ਲੀਚਿਆ ਹੁੰਦਾ, ਲੈਣਾ ਕਰੋ। ਉਹਨਾਂ ਕੋਲੋਂ ਨਾਮ ਅੰਮ੍ਰਿਤ ਮੰਗ ਕੇ ਲਓ ਕਿ ਇਹ ਸਤਿਗੁਰੂ ਜਿਹੜਾ ਨਾਮ ਤੁਸੀਂ ਜਪਦੇ ਹੋ, ਕਿਰਪਾ ਕਰਕੇ ਮੈਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਸਤ ਸੰਗਤ ਸਤਪੁਰਖ ਮਿਲਾਈਐ, ਮਿਲ ਸਤ ਸੰਗਤ ਹਰ ਨਾਮ ਧਿਆਈਐ। ਇਹ ਹਰੀ ਵਾਹਿਗੁਰੂ ਸਤਪੁਰਖਾਂ ਦੀ ਸਤ ਸੰਗਤ ਵਿੱਚ ਮਿਲਾਉਣਾ ਕਰੋ ਮੈਨੂੰ। ਆਮ ਜਿਹੜੇ ਐਸੇ ਵੈਸੇ ਲੋਕ ਨੇ, ਇਹਨਾਂ ਤੋਂ ਬਚਾ ਕੇ ਸਤ ਸੰਗਤ ਵਿੱਚ ਮਿਲਾ ਦਿਓ। ਜਿਸ ਸਤ ਸੰਗਤ ਨਾਲ ਮਿਲ ਕੇ ਹਰੀ ਨਾਮ ਨੂੰ ਧਿਆਉਣਾ ਕਰਾਂ ਮੈਂ ਵੀ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰੀਚੈ ਜੀਓ। ਇਹ ਹਰੀ ਆਪ ਦੀ ਕਥਾ ਨੂੰ ਸੁਣਨਾ ਕਰਾਂ, ਇਹ ਕਿਰਪਾ ਕਰੋ। ਬਸ ਮੂੰਹ ਨਾਲ ਆਪ ਦੀ ਬਾਣੀ ਬੋਲੀ ਜਾਵਾਂ। ਜਿਵੇਂ ਵਸਿਸ਼ਠ ਮੁਨੀ ਜੀ ਨੇ ਬਾਬਾ ਹਰਨਾਮ ਸਿੰਘ ਨੂੰ ਕਿਹਾ ਸੀ ਵੀ ਆਪਣੀ ਸੰਗਤ ਨੂੰ ਇਹ ਗੱਲ ਜ਼ਰੂਰ ਕਿਹਾ ਕਰੋ ਵੀ ਜਦ ਕਥਾ ਸੁਣਦੇ ਆ ਤਾਂ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਿਆ ਕਰਨ।
क्योंकि ये असूल है कथा सुनदियां कीर्तन सुनदियां गुरमंत्र का अभ्यास जरूर करना। ताइयों सतगुरु महाराज कहते ने अते गुरसिੱਖਿਆ अनुसार हरि नाम विच मेरा मन परचिया रवे हमेशा जुड़िया रवे मेरा मन गुरमत हर नाम प्रीचै जीओ। आज महला चौथा। चौथे पातशाह गुरु रामदास साहिब महाराज फरमाउंदे ने आवो भैणे तुसी मिलो प्यारिया जो मेरा प्रीतम दसे तिसकै हों वारिया। हे प्यारियां सखिया परमात्मा दे नाम जपण वाले ब्रह्म ज्ञानियों गुरमुखो आके तुसी मेरे नाल मिलना करो, मैनूं दर्शन दिओ। तुसी कित्थे अंदर छुप के बैठे हो, क्योंकि मैनूं तां तुहाडा पता नहीं लगदा। रब दे प्यारे किसी नूं मिलना ही नहीं चाहुंदे, पर जे कोई जग्यासू होवे उहनूं जरूर मिल लैंदे ने। मेरा प्रीतम जो परमात्मा उहदी प्राप्ति दा जो सुख सुनेहा दसे मैनूं, मैं उस गुरमुख तो कुर्बान जावां, बलिहार जांदी हां उस तो मैं। मिल सतसंगत लद्धा हर सज्जण औ सतगुर विटों कमाईया जीओ। जिन्हां सतगुरां दी सतसंगत नाल मिल के हरि सज्जन नूं लभ लिया उन्हां सतगुरां उपरों मैं बलिहार कुर्बान जानी हां। जह जह देखां तह तह स्वामी तू घट घट रविया अंतर जामी। जिथे जिथे मैं वेखदा उत्थे उत्थे ही स्वामी परमात्मा हुण मैं नज़र आउण लग पिया, क्योंकि सर्व व्यापक उहदी जोत है। कहते तू भी आउं निश्चा करके वो अंतरजामी जिहड़ा ना सारियां दिलां दिलां दे विच बैठा गुरपुर है हर नाल दिखालिया औ सतगुर विटों सद वारिया जीओ। धन हन पूरे सतगुरु महाराज सच्चे पातशाह जिन्हां ने हरि नूं मेरे हिरदे च ही दिखाता, नाल ही विखाता। कहने तेरे अंदर तां है, कित्थे तुरिया फिरदा बाहर भटकदा। इसे करके मैं सतगुरां दे उपरों सदा ही कुर्बान जावां जिन्हें इन्नी वड्डी किरपा करती कि मैनूं अंदर ही जोत दिखाती अपनी, फिर सारे किते व्यापक दिखाती। एको पवन माटी सब एका सब एका जोत सबाईया। सारियां विच पवन तत्व भी इक्को ही आ, सारियां विच मिट्टी तत्व भी इक्को ही आ, सारियां दे विच जल तत्व भी इक्को ही आ, सारियां विच अग्नि तत्व भी इक्को ही आ, सारियां विच आकाश तत्व भी इक्को ही आ, ते परमात्मा दी जोत चेतन सत्ता सारियां विच इक्को ही है। दुनिया विच जिन्ना कुछ है पंजां तत्तां तो ही बनिया होया, सारियां विच जोत वरतदी है। सब इक्का जोत वरतै भिन्न भिन्न ना रली किसै दी रलाईया। भावें सारियां विच एक परमात्मा दी जोत चेतन सत्ता वरत रही है, पर परालब्ध सारियां दी जुदा जुदा वक्री वक्री। अंतःकरण सारियां दे भिन्न भिन्न ने, दस्तार गुफ्तार रफ्तार ये सारियां दे भिन्न भिन्न ने, क्योंकि ना रलई किसी दी रलाई आ। परालब्ध एक दूजे नाल किसी दी रलाई हुई रलदी नहीं। ये सारियां चीज़ां किसी दियां एक दूजे नाल रलाइयां होईयां नहीं रलदियां, आपसी ख्यालात ही थोड़े जिहे वक्रे हो जाते हैं। पर मैनूं गुरां दी किरपा हो गई, ये जिहड़ा सी पड़दा पिया होया ये जिहड़ी वखरेवां दिखदा सी मैनूं मेरे अखां दे विच अज्ञानता दा हनेरा सी, जिस करके अलग अलग नज़र आउंदा सी। सो विक्षेपता कहंदे वखरापुणा दिखना। गुर प्रसादी एक नदरी आया औ सतगुर विटों बताया जीओ। सतगुर की किरपा नाल मैनूं तां सारियां विच एक परमात्मा निगाह आ गया है। इसलिए मैं सतगुरां तो बलिहार कुर्बान कुर्बान जावां। जन नानक बोलै अमृत बाणी गुर सिखां कै मन प्यारी पाणी। ये भाई गुरु साहब जी अमृत वांगू मिठी बाणी बोलते हैं, इस करके गुरसिखां दे मन विच ओह बाणी चंगी लगदी भाउंदी है, क्योंकि गुरां दी बाणी सारी मिठास भरी है। उपदेश करे गुर सतगुर पूरा गुर सतगुर पर उपकारिया जीओ। गुर तो भाव पूजनीक पूरे सतगुरु पिछे भी सिखां नूं उपदेश करते सन, हुण भी गुरु पूजनीक सतगुरु जी उपदेश करते हैं। सिखां उत्ते परोपकार वाला कर्म करते हुण भी करते हैं। इस करके सतगुरु महाराज सच्चे पातशाह की सदा ही साडे ते बख्शिश रहिंदी है। सत चौपदे महल्ले चौथे के, चौथे महल्ले तो भाव चौथे पातशाह महाराज चार चार पदियां वाले इत्थों तक 7 शब्द आए ने कुल। माज महल्ला पंजवा चौपदे घर पहला मेरा मन लोचै गुर दर्शन ताई
ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਸੋ ਇਹ ਜਿਹੜਾ ਬਿਰਹੋਂ ਵਿਛੋੜੇ ਦਾ ਸ਼ਬਦ ਹੈ, ਭਾਵ ਬਿਰਹੋਂ ਤੋਂ ਬਾਅਦ ਮਿਲਾਪ ਦਾ ਸ਼ਬਦ ਸਤਿਗੁਰਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਬੈਠਿਆਂ ਉਦਾਸੀ ਰੂਪ ਵਿੱਚ 4 ਚਿੱਠੀਆਂ ਰੂਪ ਵਿੱਚ ਉਚਾਰਨਾ ਕੀਤਾ ਸੀ। ਮਾਝ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ ਚੌ ਪਦੇ 4-4 ਪੌੜੀਆਂ ਦਾ ਸ਼ਬਦ, 4 ਪੌੜੀਆਂ ਦਾ ਕੁੱਲ ਘਰ ਪਹਿਲਾ, ਪਹਿਲੇ ਘਰ ਸੁਰਤਾਰ ਗਾਉਣ ਦਾ ਹੁਕਮ ਹੈ। ਸੋ ਜਦੋਂ ਜਿਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਵੱਡੇ ਭਰਾਤਾ ਭਾਈ ਸੰਘਾਰੀ ਮੱਲ ਜੀ ਉਹਨਾਂ ਨੇ ਲਾਹੌਰੋਂ ਅੰਮ੍ਰਿਤਸਰ ਸਾਹਿਬ ਆ ਕੇ ਆਪ ਜੀ ਪਾਸ ਬੇਨਤੀ ਕੀਤੀ ਕਿ ਆਪ ਜੀ ਦੇ ਭਤੀਜੇ ਦਾ ਵਿਆਹ ਹੈ, ਮੇਰੀ ਪ੍ਰਾਰਥਨਾ ਪ੍ਰਵਾਨ ਕਰਕੇ ਗ੍ਰਹਿ ਵਿਖੇ ਚਰਨ ਪਾਓ, ਆਪ ਕਿਰਪਾ ਕਰਕੇ ਮੇਰਾ ਕਾਰਜ ਚੰਗੀ ਤਰ੍ਹਾਂ ਨਿਭ ਜਾਵੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਚੁੱਪ ਰਹੇ, ਫਿਰ ਬਚਨ ਕਿਹਾ, ਭਰਾਤਾ ਜੀ ਤੁਹਾਡਾ ਕਹਿਣਾ ਤਾਂ ਠੀਕ ਹੈ, ਪਰ ਇਹ 'ਚ ਇੱਕ ਮੁਸ਼ਕਿਲ ਹੈ, ਜੇ ਅਸੀਂ ਤੁਹਾਡੇ ਨਾਲ ਚਲੇ ਗਏ ਸੰਗਤਾਂ ਵੀ ਸਾਡੇ ਪਿੱਛੇ ਲਾਹੌਰ ਜਾਣਗੀਆਂ। ਸੋ ਅਸੀਂ ਇਹ ਕਹਿੰਦੇ ਹਾਂ ਕਿ ਵਿਆਹ ਦੇ ਸਮੇਂ ਤਾਂ ਜਾਨੀਆਂ ਮਾਨੀਆਂ ਦੀ ਬੜੀ ਭੀੜ ਹੋਣੀ ਹੈ, ਤੇ ਇਸ ਲਈ ਤੁਸੀਂ ਸੰਗਤ ਨੂੰ ਸਾਂਭੋਗੇ ਜਾਂ ਫਿਰ ਵਿਆਹ ਦੇ ਕਾਰਜ ਕਰੋਗੇ ਆਪਣੇ। ਇਸ ਕਰਕੇ ਸਾਡਾ ਕਹਿਣਾ ਮੰਨ ਕੇ ਸਾਨੂੰ ਨਾ ਲਿਜਾਓ, ਇੱਥੇ ਰਹਿਣ ਦਿਓ ਤੇ ਸਾਡੇ ਵੱਡੇ ਸਪੁੱਤਰ ਪਿਰਥੀ ਚੰਦ ਨੂੰ ਆਪਣੇ ਨਾਲ ਲੈ ਜਾਓ, ਸਾਰੇ ਕਾਰਜ ਰਾਸ ਹੋ ਜਾਣਗੇ। ਭਾਈ ਸੰਹਾਰੀ ਮੱਲ ਜੀ ਕਹਿਣਾ ਮੰਨ ਗਏ ਤੇ ਸਤ ਬਚਨ ਕਰਦਿਆਂ ਕਿਹਾ ਜਿਵੇਂ ਆਪ ਜੀ ਦਾ ਹੁਕਮ ਹੋਵੇ। ਤਾਂ ਉਸ ਵੇਲੇ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਜਿਸ ਵੇਲੇ ਆਇਆ ਤਾਂ ਕਿਹਾ, ਪੁੱਤਰ ਜੀ ਆਪ ਜੀ ਤਾਇਆ ਜੀ ਤੁਹਾਡੇ ਆਏ ਨੇ, ਲਾਹੌਰੋਂ ਚੱਲ ਕੇ ਆਏ ਨੇ ਇੱਥੇ ਆਪਣੇ ਕੋਲ ਬੜੇ ਮਾਣ ਨਾਲ। ਸੋ ਇਸ ਵਿਆਹ ਦੇ ਸਮੇਂ ਤੇ ਸਾਡਾ ਜਾਣਾ ਮੁਸ਼ਕਲ ਹੈ, ਕਿਉਂਕਿ ਸੰਗਤ ਬਹੁਤੀ ਹੁੰਦੀ, ਖਰਚਾ ਇਹਨਾਂ ਦਾ ਬਹੁਤ ਹੋ ਜਾਣਾ, ਇਹਨਾਂ ਨੇ ਕਰਜ਼ਾਈ ਹੋ ਜਾਣਾ। ਫਿਰ ਤੁਸੀਂ ਤਾਇਆ ਜੀ ਨਾਲ ਜਾ ਕੇ ਵਿਆਹ ਦਾ ਕੰਮ ਸਾਰਾ ਨਿਭਾ ਕੇ ਆਓ, ਤੁਸੀਂ ਸਿਆਣੇ ਹੋ, ਵੱਡੇ ਹੋ। ਪਰ ਇੱਧਰ ਤਾਂ ਹੋਰ ਹੀ ਰੰਗ ਵਰਤ ਗਏ, ਕਿਉਂਕਿ 24 ਘੰਟੇ ਮਾਇਆ ਵਿੱਚ ਮਨ ਫਸਿਆ ਹੋਇਆ ਪਿਰਥੀਏ ਦਾ। ਮਾਇਆ ਦਾ ਲਾਲਚ ਬਹੁਤ ਬੁਰਾ ਹੁੰਦਾ। ਸੋ ਇਹ ਤਾਂ ਗੁਰੂ ਪੀਰ ਮਾਤਾ ਪਿਤਾ ਦਾ ਸਤਿਕਾਰ ਤੇ ਉਹਨਾਂ ਦਾ ਆਗਿਆ ਮੰਨਣ ਦੇ ਫਰਜ਼ ਨੂੰ ਵੀ ਭੁਲਾ ਦਿੰਦਾ। ਤੇ ਇਸੇ ਕਾਰਨ ਕਰਕੇ ਪਿਰਥੀ ਚੰਦ ਦੇ ਉੱਪਰ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਬਚਨ ਤਾਂ ਮੰਨਣਾ ਕਿਤੇ ਰਿਹਾ, ਸਾਫ਼ ਹੀ ਜਵਾਬ ਦੇ ਤਾ, ਮੈਂ ਨਹੀਂ ਜਾ ਸਕਦਾ ਜੀ। ਸਤਿਗੁਰੂ ਮਹਾਰਾਜ ਕਹਿਣਗੇ, ਪੁੱਤਰ ਜੀ ਤੂੰ ਹੀ ਘਰ 'ਚ ਵੱਡਾ ਹੈ, ਇਸ ਲਈ ਸਾਡੀ ਥਾਂ ਤੇਰਾ ਜਾਣਾ ਬਣਦਾ, ਨਾ ਕਰ, ਜਾ ਕੇ ਸਾਰਾ ਕੰਮ ਨਿਭਾ ਉੱਥੇ। ਪਰ ਫਿਰ ਵੀ ਪਿਰਥੀ ਚੰਦ ਨੇ ਜਵਾਬ ਦੇਤਾ, ਨਾ ਕਰਤੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਤੀਸਰੀ ਵਾਰ ਜ਼ੋਰ ਦੇ ਕੇ ਕਿਹਾ, ਪੁੱਤਰ ਸਾਡਾ ਕਿਹਾ ਨਾ ਮੋੜ, ਤੈਨੂੰ ਤਾਇਆ ਜੀ ਨਾਲ ਲਾਹੌਰ ਜ਼ਰੂਰ ਜਾਣਾ ਪੈਣਾ, ਉੱਥੇ ਜਾ ਕੇ ਸਾਰੇ ਕਰਮ ਕਰਨੇ ਨੇ। ਪਰ ਇੱਧਰ ਤਾਂ ਹੋਰ ਹੀ ਮਨੋਭਾਵ ਸੀ, ਜੋ ਕੁਝ ਅੰਦਰ ਸੀ ਉਹ ਹੁਣ ਤੀਸਰੀ ਵਾਰੀ ਕਹਿਣ ਕਰਕੇ ਬਾਹਰ ਆ ਗਿਆ। ਕਹਿਣ ਲੱਗਿਆ, ਪਿਤਾ ਜੀ ਸੰਗਤਾਂ ਦੀ ਆਵਾਜਾਈ ਕਾਫੀ ਰਹਿੰਦੀ ਹੈ, ਜਿਸ ਕਰਕੇ ਭੇਟਾ ਵੀ ਕਾਫੀ ਆਉਂਦੀ ਹੈ, ਤੇ ਉਹ ਸੰਭਾਲਣੀ ਹੁੰਦੀ ਹੈ, ਮੇਰੇ ਸਿਰ ਬਹੁਤ ਸਾਰੇ ਕੰਮਕਾਰ ਨੇ, ਇਸ ਲਈ ਮੈਂ ਤਾਂ ਕਿਸੇ ਹਾਲਤ 'ਚ ਜਾ ਨਹੀਂ ਸਕਦਾ। ਤੇ ਨਾਲੇ ਮੈਂ ਸੰਗਤ ਨੂੰ ਦੇਖੋ ਜੀ ਲੰਗਰ ਵੀ ਛਕਾਉਣੇ ਆ ਅਸੀਂ, ਉਹ ਵੀ ਇੰਤਜ਼ਾਮ ਕਰਨੇ ਨੇ, ਮੰਜੇ ਬਿਸਤਰੇ ਵੀ ਦੇਣੇ ਹੁੰਦੇ ਨੇ। ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਹੀ ਸਾਰਾ ਕੰਮ ਚਲਾਉਂਦਾ। ਕਹਿੰਦਾ ਕਿਰਪਾ ਕਰਕੇ ਦੂਸਰਿਆਂ ਨੂੰ ਭੇਜ ਦਿਓ, ਮਹਾਦੇਵ ਜੀ ਨੂੰ ਭੇਜ ਦਿਓ। ਜਦੋਂ ਸਾਫ਼ ਹੀ ਜਵਾਬ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਕਾਰਲੇ ਪੁੱਤਰ ਮਹਾਦੇਵ ਜੀ ਨੂੰ ਬੁਲਾਇਆ। ਕਹਿਣ ਲੱਗੇ, ਪੁੱਤਰ ਜੀ ਤੁਸੀਂ ਜਾਓ ਤਾਇਆ ਜੀ ਨਾਲ, ਸਾਰਾ ਕੰਮ ਤੁਸੀਂ ਕਰਵਾਇਓ ਜਾ ਕੇ। ਉਸ ਵਕਤ ਮਹਾਦੇਵ ਜੀ ਸਤਿਗੁਰਾਂ ਦੀ ਕਸਵੱਟੀ 'ਚ ਪੂਰੇ ਨਾ ਉਤਰ ਸਕੇ, ਅਲਮਸਤ ਰਹਿੰਦੇ ਸੀ ਹਮੇਸ਼ਾ। ਸਤਿਗੁਰੂ ਰੂਪ ਪਿਤਾ ਦਾ ਬਚਨ ਨਾ ਮੰਨਿਆ। ਕਹਿੰਦੇ ਜੀ ਕੌਣ ਤਾਇਆ, ਕੌਣ ਚਾਚਾ, ਕੌਣ, ਬਸ ਆਨੰਦ ਹੈ ਸਭ, ਕੋਈ ਰਿਸ਼ਤੇਦਾਰੀ ਨਹੀਂ ਹੁੰਦੀ। ਬ੍ਰਹਮ ਗਿਆਨੀ ਬਣ ਗਏ ਉਸੇ ਵਕਤ। ਇਹਨਾਂ ਦੋਹਾਂ ਨੂੰ ਪਰਖ ਕੇ ਅਖੀਰ ਆਗਿਆਕਾਰੀ ਸ਼ਾਂਤ ਸਰੂਪ ਸਰਵਗੁਣਾ ਸੰਪੰਨ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾਵਾ ਭੇਜਿਆ। ਪਿਤਾ ਜੀ ਦਾ ਸੁਨੇਹਾ ਮਿਲਦਿਆਂ ਸਾਰਿਆਂ ਕੰਮਾਂ ਨੂੰ ਵਿੱਚ ਹੀ ਛੱਡ ਕੇ ਪਹੁੰਚ ਕੇ ਦੌੜ ਕੇ ਆਏ ਸਤਿਗੁਰਾਂ ਪਾਸ। ਹਾਂ ਜੀ ਪਿਤਾ ਜੀ ਹੁਕਮ। ਪਿਤਾ ਜੀ ਨੂੰ ਕਿਉਂਕਿ ਗੁਰੂ ਅਰਜਨ ਦੇਵ ਜੀ ਗੁਰੂ ਰੂਪ ਨਿਸ਼ਚੈ ਕਰਦਿਆਂ ਕੋਲ ਆਏ ਸੀ, ਇਹ ਨਹੀਂ ਕਿ ਮੇਰਾ ਪਿਤਾ ਹੈ। ਬਹੁਤੇ ਸਤਿਕਾਰ ਨਾਲ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕਿਆ, ਫਿਰ ਉੱਠ ਕੇ ਤਾਇਆ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ ਆਪ ਦਾ ਸੁਭਾਅ ਦੇਖ ਕੇ ਸੰਹਾਰੀ ਮੱਲ ਦੇ ਮਨ ਵਿੱਚ ਕੁਝ ਆਸ ਹੋਈ ਕਿ ਇਹ ਪਿਤਾ ਜੀ ਦਾ ਕਿਹਾ ਮੰਨ ਕੇ ਮੇਰੇ ਨਾਲ ਚੱਲ ਪੈਣਗੇ। ਇਹਨੇ ਨੂੰ ਜਦ ਹੱਥ ਜੋੜ ਕੇ ਸਾਹਮਣੇ ਖੜੇ ਹੋਏ ਤਾਂ ਸਤਿਗੁਰਾਂ ਨੇ ਕਿਹਾ, ਪੁੱਤਰ ਜੀ ਤਾਇਆ ਜੀ ਨਾਲ ਲਾਹੌਰ ਜਾ ਕੇ ਵਿਆਹ ਦਾ ਕਾਰਜ ਤੁਸੀਂ ਨਿਭਾ ਕੇ ਆਉਣਾ। ਇੱਧਰ ਤਾਂ ਆਗਿਆ ਦਾ ਮੰਨਣਾ ਹੀ ਅਸਲ ਮਨੋਰਥ ਹੁੰਦਾ। ਵੱਡਿਆਂ ਭਰਾਵਾਂ ਵਾਂਗ ਮੂੰਹੋਂ ਨਹੀਂ ਨਾ ਨਿਕਲੀ ਵੀ ਮੈਂ ਨਹੀਂ ਜਾਣਾ ਜੀ। ਨਮਸਕਾਰ ਕਰਦਿਆਂ ਕਿਹਾ ਜਿਵੇਂ ਆਪ ਦਾ ਹੁਕਮ ਹੋਵੇ। ਜਿਸ ਵੇਲੇ ਆਗਿਆ ਅਨੁਸਾਰ ਜਾਣ ਲੱਗੇ ਤਾਂ ਆਵਾਜ਼ ਦੇ ਕੇ ਖਿਲਾਰ ਲਿਆ
क्योंकि पहले ही सतगुरां ने गुरता गद्दी बख्शण का संकल्प ही किया होया सी। हुण प्रीखिया का वेला सी, पर एक जवाब सतगुरु ने इउं दिता सी पंजवें पातशाह ने, जिवें सूरज प्रकाश दे विच कथा च आवेगा। गुरु अर्जन देव जी ने कहा सी कि पिता जी ये तो विआह ते जाना है, जे किते सिर देण भी जाना होवे ना जी ते मैं तुहाडा वचन मन के जाऊंगा, मैं सिर भी देण नूं तैयार हां। उदों सारी संगत नूं पता लग गया सी कि कौन है आग्याकारी ते किहनूं अगे बख्शिश होनी है। उस वक्त प्रीखिया का वेला जान के फिर कहा, पुत्र दूसरा वचन है, जदों तक असीं तुहानूं वापस ना बुलाईए उदों तक वापस अंम੍ਰਿਤਸਰ नहीं आउणा। सत वचन पिता जी। मन विच थोड़ा जिहा भी संकल्प नहीं लिआंदा कि मैनूं तोड़ रहे ने, पता नहीं कदों आउणा है। बहुत खुशी खुशी गुरु रामदास महाराज सच्चे पातशाह मत्था टेक के और माता जी कोलों आग्या लैके बीबी भानी जी पासों गुरु के महल विच आए। घर विच आके माता ने दस्सिया कि मैं पिता जी दा हुक्म अनुसार ताया जी दे नाल उन्हां दे लड़के दे विआह ते जा रहा, भाव अपने भराता दे विआह ते। ਇਹ गल सुनदियां सार प्रेम भरियां सीसां दित्तियां। माता ने कहा, पुत्र जी तू धन है, धनता दे योग है, तू सोड़ बंस की रख दिखाई। भरी संगत विच दोनों ने जवाब देता वड्डियां ने, जे तू भी अज वड्डियां पुत्रां वांग पिता का कहा ना मनदा तां गुरता गद्दी सोड़ बंस तो बाहर चली जानी। इस प्रकार माता जी नूं फिर रोम रोम खुश देख करके स्थित होकर असीसां दित्तियां, क्योंकि पहला जवाब हुंदे जो आए श्री चंद जी लक्ष्मी दास करके अगे दासू ते दातू हुणे भी यही जवाब दिंदे आउंदे सी। बाबा मोहन जी ते मोहरी जी तां मन गए सी। इस तरह थोड़ा जिहा हुंदा कि किते सारे ही ना जवाब देण, आग्याकारी रहना चाहिए। बीबी भानी तां वचन लिया होया सी कि सोड़ बंस विच गुरता गद्दी रहे। इस प्रकार माता जी ने आप नूं बहुत असीसां दित्तियां, कहंदे तैनूं निमख मात्र भी वाहिगुरू दा नाम ना विसरे, सदा ही नाम जपदा रहें, गुरु नानक पातशाह तेरे अंग संग सहाई होवे। जदों गुरु अर्जन देव जी फिर गुरता गद्दी ते विराजमान होए सी, उदों ताइयों फिर यह शब्द उचारण किया कि माता जी ने मैनूं ये उपदेश दिता सी कि जिस सिमरत सब किल विख नासै, पितरी होए उधारो, सो हर हर तुम सद ही जपो, जाका अंत न पारो, पूता माता की आशीष, निमख न बिसरो तुमको हर हर सदा भजो जगदीश। सो इस तरह दीआं माता जी पासों असीसां लैके आप ताया जी नाल लाहौर वल चल पे। लाहौर विच जाके पिता रूप गुरां दी बख्शिश ते माता जी दीआं असीसां दा सदका विआह दा कारज बहुत योगता नाल निभाया। समर्था सी सारी होई विच। विआह दे कारज उपरंत पिता दी आग्या अनुसार वापस ਅੰਮ੍ਰਿਤਸਰ साहब ना आए। सो उत्थे लाहौर विच ही दीवानखाने रह के अपने पवित्र बचनां द्वारा लाहौर दीआं संगतां नूं निहाल ते करतार्थ करदे रहे। इस तरह पिता सतगुरां दे विछोड़े विच बेबल होया मसां 7-8 महीने बिताए। एक दिन विछोड़े का दुख ना सहारदे होए ती उदास हो गए अते कोठे उपर चढ़ के ਅੰਮ੍ਰਿਤਸਰ का राह देखण लग जाया करन, कोई आ रहा कोई आ रहा। तकदियां तकदियां अखां विचों जाल आ जाया करे कि पिता जी तां कहंदे सी भेजांगे बंदा, बंदा कोई भेजिया ही नहीं है। जदों गुरता गद्दी ते विराजमान होए सी तां संगत नूं दसदियां कहंदे हुंदे कि मैं कोठे ते चढ़ जाना, ਅੰਮ੍ਰਿਤਸਰ ਸਾਹਿਬ ਦਾ ਰਸਤਾ देखी जाना, दह दिस छतर मेघ घटा घट दामन चमक डरायो, सेज अकेली नींद नह नहना फिर प्रदेश सुधायो, हुण नहीं संदेसरो मायो, एक कोसरो सिद्ध करत लाल तब चतर पात्रो आयो। तां 4 चिट्ठियां फिर प्राप्त होईयां, क्यों बिसरै हो लाल प्यारो, सर्ब गुणा सुख दायो, मंदिर चर कै पंथ निहारो, नैन नीर भर आयो। कहने मैं कोठे ते खड़ा होके देखना कोई रात आ रहा मैनूं लैण, कोई लैण कोई सिख आ रहा। उड़ीकदियां अखां चों जाल आ जाना भी अज भी नहीं आया कोई, अज भी नहीं आया कोई। महाराज सच्चे पातशाह ने उत्थे ही शब्द बाद विच दस्सिया संगत नूं, ਉਹੀ शब्द उचारिया मिल मेरे प्रीतमा जीओ तुझ मैन खरी निमाणी। ये शब्द भी महाराज ने गौड़ी राग दे उचारण किया है। इस तरह काफ़ी समा ਅੰਮ੍ਰਿਤਸਰ ਸਾਹਿਬ ਦਾ ਰਾਹ ਤੱਕਦਿਆਂ बीत गया। किसी के आउण की जद उक्का ही आस ना रही, उस तरह ही अखियां जल नाल भरियां भरियां थले उतरे आए। मन विच वैराग बहुत है, पर माता पिता का हुक्म जिहड़ा सिर मत्थे मन्निया, अपने आप नहीं आउण दा हुक्म सी। इस करके इस तरह उदासी विच ही पूरा साल बीत गया, पर संदेशा ना आया। आखिर रह ना सके, कागज कलम लैके विरागमई शब्द रूप पहली चिट्ठी पिता गुरु रामदास साहब महाराज नूं जो लिखी
ਉਹ ਬਾਅਦ ਵਿੱਚ ਫਿਰ ਸ਼ਬਦ ਰੂਪ ਬਣ ਗਈ। ਪਹਿਲਿਆਂ ਪਦਿਆਂ ਵਿੱਚ ਤਿੰਨਾਂ 'ਚ ਨਾਨਕ ਨਾਮ ਨਹੀਂ ਆਉਂਦਾ, ਇਸੇ ਕਰਕੇ ਬਾਅਦ ਵਾਲੇ ਪਦੇ 'ਚ ਅਖੀਰ 'ਚ ਨਾਨਕ ਨਾਮ ਆਉਂਦਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨਾਂ ਲਈ ਮੇਰਾ ਮਨ ਬਹੁਤਾ ਹੀ ਲੋਚੈ ਤੋਂ ਭਾਵ ਚਾਹੁੰਦਾ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਜਿਸ ਤਰ੍ਹਾਂ ਚਾਤ੍ਰਿਕ ਜਿਹੜਾ ਬਬੀਹਾ ਸਵੰਤੀ ਬੂੰਦ ਦੀ ਪ੍ਰਾਪਤੀ ਲਈ ਪ੍ਰਿਓ 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 ਕਰਕੇ ਬਿਰਲਾਪ ਕਰਦਾ ਹੈ, ਸੋ ਉਸ ਚਾਤ੍ਰਿਕ ਦੀ ਨਿਆਈ ਜਿਹੜਾ ਮੇਰਾ ਮਨ ਆਪ ਦੇ ਦਰਸ਼ਨਾਂ ਲਈ ਬਹੁਤ ਬਿਰਲਾਪ ਕਰ ਰਿਹਾ ਹੈ। ਨਾ ਤਾਂ ਮੈਨੂੰ ਨੀਂਦ ਆਉਂਦੀ ਹੈ, ਨਾ ਮੈਨੂੰ ਚੈਨ ਆਉਂਦਾ, ਨਾ ਰੋਟੀ ਸਵਾਦ ਲੱਗਦੀ ਹੈ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਹੌਂਕੇ ਲੈ ਲੈ ਕੇ ਮਾਰਿਆ। ਨਾ ਪਾਣੀ ਚੰਗਾ ਲੱਗਦਾ, ਨਾ ਰੋਟੀ, ਨਾ ਨੀਂਦ ਆਉਂਦੀ ਹੈ। ਸੋ ਦਿਨੋ ਦਿਨ ਸਰੀਰ ਘਟਦਾ ਹੀ ਜਾ ਰਿਹਾ ਹੈ ਬਰਾਗ ਦੇ ਵਿੱਚ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਸ਼ਾਂਤ ਆਤਮਾ ਪਿਆਰੇ ਸਤਿਗੁਰੂ ਜੀ, ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਦੀ ਪ੍ਰਾਪਤੀ ਹੋਏ ਤੋਂ ਬਿਨਾਂ ਦਰਸ਼ਨਾਂ ਦੀ ਜਿਹੜੀ ਤ੍ਰੇਹ ਆ ਨਾ, ਤ੍ਰਿਖਾ ਤੋਂ ਭਾਵ ਪਿਆਸ ਜਿਹੜੀ ਉਤਰਦੀ ਨਹੀਂ, ਜਿਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਹਉ ਘੋਲੀ ਜੀਉ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ। ਇਹ ਸੰਤਾਂ ਦੇ ਪਿਆਰੇ ਸਤਿਗੁਰੂ ਜੀ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਹੇ ਸਤਿਗੁਰੂ, ਮੈਂ ਆਪ ਦੇ ਦਰਸ਼ਨਾਂ ਤੋਂ ਘੋਲ ਘਮਾਈ, ਵਾਰਨੇ ਫੇਰਨੇ ਜਾਵਾਂ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, ਹੇ ਗੁਰੂ ਰਾਮਦਾਸ ਸਾਹਿਬ ਜੀ, ਮੈਂ ਮਨ ਕਰਕੇ ਵੀ ਆਪ ਤੋਂ ਘੋਲੀ ਹੁੰਦਾ, ਵਾਰਨੇ ਫੇਰਨੇ ਜਾਂਦਾ, ਬਾਣੀ ਕਰਕੇ ਵੀ ਵਾਰਨੇ ਫੇਰਨੇ ਜਾਂਦਾ, ਘੁਮਾਈ ਹੁੰਦਾ, ਸਰੀਰ ਕਰਕੇ ਵੀ ਆਪ ਹੀ ਤੋਂ ਵਾਰਨੇ ਫੇਰਨੇ ਬਲਿਹਾਰਨੇ ਜਾਂਦਾ ਰਹਾਓ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਇੱਕ ਨਜ਼ਦੀਕੀ ਸਿੱਖ ਨੂੰ ਦੇ ਕੇ ਕਿਹਾ, ਇਹ ਚਿੱਠੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਚਰਨਾਂ 'ਚ ਰੱਖ ਦੇਣੀ, ਅਤੇ ਜਿਵੇਂ ਫਿਰ ਗੁਰੂ ਸਾਹਿਬ ਹੁਕਮ ਕਰਨ ਉਹ ਵਾਪਸ ਆ ਕੇ ਮੈਨੂੰ ਦੱਸੀ। 7 ਵਚਨ ਕਹਿ ਕੇ ਉਹ ਸਿੱਖ ਚਿੱਠੀ ਲੈ ਕੇ ਚਿੱਠੀ ਨੂੰ ਸੰਭਾਲਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਪਿਆ। ਸੋ ਜਿਸ ਵਕਤ ਅੰਮ੍ਰਿਤਸਰ ਸਾਹਿਬ ਪਹੁੰਚਿਆ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਮਿਲਾਪ ਹੋਣ ਤੋਂ ਪਹਿਲਾਂ ਹੀ ਪਿਰਥੀ ਚੰਦ ਮਿਲ ਪਿਆ। ਲੰਮੇ ਸਫ਼ਰ ਕਰਕੇ ਮਿੱਟੀ ਘੱਟਾ ਅੰਗਾਂ ਤੇ ਪਿਆ ਹੋਇਆ ਸੀ। ਸ਼ਕਲ ਪਛਾਣਨ ਤੇ ਸ਼ੱਕ ਹੋਇਆ ਕਿਤੇ ਲਾਹੌਰੋਂ ਨਾ ਕੋਈ ਸੁਨੇਹਾ ਦੇਣ ਆ ਗਿਆ ਹੋਵੇ। ਪੁੱਛਿਆ ਕਿੱਥੋਂ ਆਇਆ, ਕਹਿੰਦੇ ਕੀ ਕਰਨ ਆਇਆ। ਸਿੱਖ ਵਿਚਾਰਾ ਸਿੱਧਾ ਸਾਦਾ ਸੀ, ਵਲ ਛਲ ਕੋਈ ਨਹੀਂ ਸੀ ਉਹਦੇ 'ਚ। ਸਾਰੀ ਵਾਰ ਤਾਂ ਦੱਸਦਿਆਂ ਪਿਰਥੀ ਚੰਦ ਨੂੰ ਚਿੱਠੀ ਪਕੜਾਉਂਦਿਆਂ ਕਿਹਾ, ਇਹ ਆਪਦੇ ਛੋਟੇ ਭਰਾਤਾ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਵੱਲ ਭੇਜੀ ਚਿੱਠੀ। ਪਿਰਥੀ ਚੰਦ ਨੇ ਚਿੱਠੀ ਪਕੜ ਲਈ ਤੇ ਉਹਨੂੰ ਤੋੜ ਦਿੱਤਾ। ਕਿਹਾ, ਚੰਗਾ ਜਾ ਜਾ, ਕੋਈ ਗੱਲ ਨਹੀਂ, ਪ੍ਰਸ਼ਾਦਾ ਪਾਣੀ ਛਕ, ਆਰਾਮ ਕਰ, ਮੈਂ ਚਿੱਠੀ ਦੇ ਦਿੰਦਾ ਮਹਾਰਾਜ ਨੂੰ। ਸਿੱਖ ਤਾਂ ਦਰਸ਼ਨ ਪਰਸ਼ਨ ਕਰਕੇ ਵਾਪਸ ਚਲਿਆ, ਪਰ ਇਧਰ ਪਿਰਥੀ ਚੰਦ ਨੇ ਜਿਸ ਵਕਤ ਨਿਵੇਕਲੇ ਹੋ ਕੇ ਇਕਾਂਤ ਵਿੱਚ ਚਿੱਠੀ ਪੜ੍ਹੀ ਤਾਂ ਬੜਾ ਪਰੇਸ਼ਾਨ ਹੋਇਆ। ਉਹਦੀ ਚਿੰਤਾ ਪਲ ਪਲ ਵੱਧਦੀ ਗਈ। ਸੋਚਦਾ, ਇਹ ਸ਼ਬਦ ਤਾਂ ਪਿਤਾ ਜੀ ਦੀ ਬਾਣੀ ਨਾਲ ਰਲਦੇ ਮਿਲਦੇ। ਜੇ ਪਿਤਾ ਜੀ ਨੇ ਚਿੱਠੀ ਦੇਖ ਲਈ ਤਾਂ ਉਹਨਾਂ ਨੇ ਜ਼ਰੂਰ ਇਹਨਾਂ ਨੂੰ ਬਿਨਾਂ ਦੇਰੀ ਤੋਂ ਹੀ ਗੁਰਤਾ ਗੱਦੀ ਬਖਸ਼ਿਸ਼ ਕਰ ਦੇਣੀ ਹੈ। ਫਿਰ ਛੋਟੇ ਭਾਈ ਨੂੰ ਗੱਦੀ ਤੇ ਬਿਠਾ ਤਾਂ ਮੈਨੂੰ ਬਹੁਤ ਔਖਾ ਹੋਣਾ। ਮੇਰੀ ਇੰਨੇ ਚਿਰ ਦੀ ਆਸ ਉੱਪਰ ਪਾਣੀ ਫਿਰ ਜਾਣਾ, ਕਿਉਂਕਿ ਇਸ ਤਰ੍ਹਾਂ ਦੇ ਸੰਕਲਪ ਕਰਦਿਆਂ ਚਿੱਠੀ ਨੂੰ ਸਤਿਗੁਰਾਂ ਕੋਲ ਪਹੁੰਚਾਉਣ ਦੀ ਥਾਂ ਆਪਣੇ ਚੋਲੇ ਦੇ ਖੀਸੇ 'ਚ ਹੀ ਪਾ ਲਿਆ ਉਹਨੇ। ਕਿਉਂਕਿ ਕਈ ਜ਼ਿਆਦਾ ਹੀ ਕੰਮਕਾਰ ਕਰਦੇ, ਪਿਰਥਵੀਆ ਦਿਖਾਵੇ ਦਾ ਕੰਮ ਬਹੁਤਾ ਕਰਦਾ ਸੀ। ਉਹ ਸੋਚਦਾ ਸੰਗਤ ਦੀ ਨਿਗਾਹ 'ਚ ਆ ਜਾਵਾਂ ਮੈਂ, ਗੁਰਾਂ ਦੀ ਨਿਗਾਹ 'ਚ ਆ ਜਾਵਾਂ ਮੈਂ। ਸਾਰੇ ਮੈਨੂੰ ਹੀ ਸਤਿਗੁਰੂ ਪਹਿਲਾਂ ਹੀ ਮੱਥੇ ਟਿਕਾਈ ਜਾਂਦਾ ਹੁੰਦਾ ਸੀ ਆਪਣੇ ਆਪ ਨੂੰ ਕਿ ਬਸ ਗੱਦੀ ਤਾਂ ਆਪਾਂ ਨੂੰ ਹੀ ਮਿਲਣੀ ਹੈ। ਉਧਰ ਸਿੱਖ ਨੇ ਲਾਹੌਰ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਨੇਹਾ ਦਿੱਤਾ ਕਿ ਚਿੱਠੀ ਪਹੁੰਚਾ ਆਇਆ ਜੀ, ਜਿਸ ਕਰਕੇ ਆਪ ਜੀ ਉਡੀਕਦੇ ਰਹੇ ਕਿ ਅੱਜ ਵੀ ਪਿਤਾ ਜੀ ਦਾ ਸੁਨੇਹਾ ਆਉਂਦਾ, ਅੱਜ ਵੀ ਆਉਂਦਾ। ਸੋ ਇਸੇ ਤਰ੍ਹਾਂ ਉਡੀਕ ਵਿੱਚ ਕਈ ਦਿਨ ਲੰਘ ਗਏ। ਆਸ ਤਾਂ ਮਨ ਵਿੱਚ ਬੜੀ ਸੀ ਕਿ ਚਿੱਠੀ ਪੜ੍ਹਦਿਆਂ ਪਿਤਾ ਜੀ ਬੁਲਾਵਾ ਭੇਜਣਗੇ, ਪਰ ਸੁਨੇਹਾ ਕੋਈ ਆ ਨਾ ਦੇਖ ਕੇ ਨਿਰਾਸ਼ਤਾ ਵੱਧਦੀ ਗਈ, ਜਿਸ ਕਰਕੇ ਫਿਰ ਦੂਸਰੀ ਜਿਹੜੀ ਚਿੱਠੀ ਸੀ ਉਹ ਲਿਖਣਾ ਕੀਤੀ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। हे ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ, ਆਪ ਦਾ ਮੁਖਾਰਬਿੰਦ ਬੜਾ ਹੀ ਸੋਭਨੀਕ ਹੈ। ਆਪ ਜੀ ਨੇ ਇਸ ਮੁਖਾਰਬਿੰਦ ਤੋਂ ਜੋ ਬਾਣੀ ਧੁਨ ਉਚਾਰਨ ਕੀਤੀ ਆ ਨਾ, ਸੋ ਧੁਨ ਤੋਂ ਭਾਵ ਜਿਹੜੀ ਉਚਾਰਨ ਕੀਤੀ ਬਾਣੀ, ਉਹ ਸਹਿਜ ਤੋਂ ਭਾਵ ਸ਼ਾਂਤੀ ਅਤੇ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਬਾਣੀ ਹੈ ਜੀ। ਇੰਨਾ ਸੁੰਦਰ ਬੋਲਦੇ ਹੋ ਆਪ ਕੇ ਮਨ ਨੂੰ ਖਿੱਚ ਪੈਦਾ ਹੁੰਦੀ। ਹੁਣ ਖਿੱਚ ਤਾਂ ਪੈਦਾ ਹੁੰਦੀ ਜੇ ਇੱਧਰ ਵੀ ਚੀਜ਼ ਹੋਵੇ ਤੇ ਉੱਧਰ ਵੀ ਹੋਵੇ। ਜੇ ਇੱਧਰ ਖੁਸ਼ਕੀ ਛਾਈ, ਉੱਥੇ ਕਾਹਦੀ ਖਿੱਚ ਪੈਣੀ ਹੈ। ਇਸ ਕਰਕੇ ਪਹਿਲਾਂ ਜਿਹੜੇ ਬੰਦੇ ਅੰਦਰ ਸ਼ਰਧਾ, ਪ੍ਰੇਮ, ਭਾਵਨਾ, ਪੁੰਨ ਇਕੱਠੇ ਹੋਏ ਹੋਣ, ਨਾਮ ਦੀ ਕਣੀ ਪਿਛਲੇ ਜਨਮਾਂ ਦੀ ਮਾੜੀ ਮੋਟੀ ਕਮਾਈ ਹੋਵੇ, ਉਹਨੂੰ ਹੀ ਖਿੱਚ ਪੈਂਦੀ ਆ।
ਉਹ ਤਾਈਓਂ ਭੱਜ ਕੇ ਸਤਸੰਗਤ ਵਿੱਚ ਜਾਂਦਾ। ਚਿਰ ਹੋਆ ਦੇਖੇ ਸਾਰਿੰਗ ਪਾਣੀ। ਇਹ ਸਾਰੰਗ ਨਾਮੇ ਧਨਕ ਦੇ ਧਾਰਨ ਵਾਲੇ ਈਸ਼ਵਰ ਸਰੂਪ ਸਤਿਗੁਰੂ ਆਪ ਜੇ ਦਰਸ਼ਨ ਕੀਤਿਆਂ ਚੰਕਾਲ ਹੋ ਗਿਆ, ਬੜੀ ਦੇਰ ਹੋ ਗਈ। ਸਾਰਿੰਗ ਤੋਂ ਭਾਵ ਬਬੀਹੇ ਨੂੰ ਪਾਣੀ ਦੇਖਿਆ ਬਹੁਤ ਦੇਰ ਹੋ ਗਈ। ਇਉਂ ਬੜੇ ਵਿਰਾਗ ਦੀ ਚਿੱਠੀ ਲਿਖੀ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਗੁਰੂ ਰਾਮਦਾਸ ਸਾਹਿਬ ਜੀ, ਆਪ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਸਮਾਂ ਹੋ ਗਿਆ, ਜਿਸ ਕਰਕੇ ਮੇਰਾ ਮਨ ਪਪੀਹੇ ਵਾਂਗੂ ਆਪਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਲਈ ਤੜਫਦਾ ਰਹਿੰਦਾ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਗੁਰੂ ਸਾਹਿਬ ਜੀ, ਆਪ ਜੀ ਜਿਸ ਅੰਮ੍ਰਿਤਸਰ ਸ਼ਹਿਰ ਰੂਪੀ ਦੇਸ਼ ਵਿੱਚ ਵਸ ਰਹੇ ਹੋ, ਉਹ ਦੇਸ਼ ਵੀ ਧੰਨਤਾ ਦੇ ਯੋਗ ਹੈ। ਇਹ ਮੁਰਾਰੀ ਰੂਪ ਸਤਿਗੁਰੂ, ਆਪ ਹੀ ਮੇਰੇ ਸੱਜਣੋ, ਇਸ ਲੋਕ ਦੇ ਸੱਚੇ ਮਿੱਤਰੋਂ ਪਰਲੋਕ ਦੇ ਹੋ ਜੀ ਆਪ। ਹਉ ਕੋਲੇ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। हे ਮੁਰਾਰੀ ਦੇ ਸਰੂਪ ਗੁਰੂ ਸਾਹਿਬ ਜੀ, हे ਪਰਮੇਸ਼ਰ ਜੀ, ਕੇਵਲ ਆਪ ਹੀ ਮੇਰੇ ਇਸ ਲੋਕ ਦੇ ਸੱਜਣੋਂ ਤੇ ਪਰਲੋਕ ਦੇ ਮੀਤ ਹੋ। ਇਉਂ ਲਿਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਚਿੱਠੀ ਜਿਹੜੀ ਭੇਜੀ ਹੈ ਕਿ ਮੈਂ ਤਾਂ ਆਪ ਜੀ ਤੋਂ ਮਨ ਕਰਕੇ ਵਾਰਨੇ ਫੇਰਨੇ ਜਾਂਦਾ, ਤਨ ਕਰਕੇ ਬਾਣੀ ਕਰਕੇ ਘੋਲ ਕਮਾਈ ਵਾਰਨੇ ਫੇਰਨੇ ਜਾਂਦਾ। ਇਹ ਚਿੱਠੀ ਲੈ ਕੇ ਫੇਰ ਦਿੱਤੀ, ਕੁਦਰਤੀ ਫੇਰ ਅੱਗਿਓਂ ਪਿਰਥੀ ਦਾ ਮਿਲ ਪਿਆ। ਉਹ ਕਹਿੰਦਾ ਜੀ ਪਹਿਲੀ ਚਿੱਠੀ, ਕਹਿੰਦੇ ਹਾਂ ਦੇਤੀ ਸੀ, ਕੋਈ ਨਹੀਂ, ਹੋਰ ਵੀ ਲਿਆਇਆ, ਹਾਂ ਜੀ। ਮੈਨੂੰ ਦੇ ਜਾ, ਕੋਈ ਗੱਲ ਨਹੀਂ, ਤੂੰ ਲੰਗਰ ਪਾਣੀ ਛਕ, ਆਰਾਮ ਕਰ। ਫਿਰ ਉਹ ਚਿੱਠੀ ਪਿਰਥੀ ਨੇ ਜੇਬ 'ਚ ਪਾ ਲਈ। ਸੋ ਇਸ ਤਰ੍ਹਾਂ ਫਿਰ ਸੰਸ਼ੇ ਦੀ ਨਿਵਰਤੀ ਹੋ ਗਈ ਵੀ ਹਾਂ ਚਲੋ ਚਿੱਠੀ ਉੱਥੇ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨੂੰ ਮੋੜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਹੁਣ ਫੇਰ ਕੋਈ ਜਵਾਬ ਨਹੀਂ ਆਇਆ ਹੈ, ਤੇ ਭਰਾਤਾ ਜੀ ਨੇ ਚਿੱਠੀ ਲੈ ਕੇ ਸ਼ਾਇਦ ਪਿਤਾ ਜੀ ਨਹੀਂ ਦਿੱਤੀ। ਕਿੰਨੀ ਦੇਰ ਉਡੀਕ ਕੇ ਫੇਰ ਇੱਕ ਚਿੱਠੀ ਲਿਖੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। हे ਗੁਰੂ ਸਾਹਿਬ ਜੀ, ਜਿਸ ਵੇਲੇ ਆਪ ਪਾਸ ਰਹਿੰਦਾ ਸੀ ਤੁਹਾਡੇ ਕੋਲ, ਤਾਂ ਕਿਸੇ ਕਾਰਨ ਜੇ ਇੱਕ ਘੜੀ ਮਾਤਰ ਵੀ ਆਪ ਨਹੀਂ ਸੀ ਮਿਲਦੇ ਤਾਂ ਆਪ ਦਾ ਦਰਸ਼ਨ ਪ੍ਰਾਪਤ ਨਹੀਂ ਸੀ ਹੁੰਦਾ, ਤਾਂ ਕਲਯੁਗ ਹੋ ਜਾਂਦਾ। ਭਾਵ ਆਪ ਦੇ ਦਰਸ਼ਨਾਂ ਤੋਂ ਬਿਨਾਂ ਚਿੱਤ ਵਿੱਚ ਬੜਾ ਭਾਰੀ ਵਿਖੇਪ ਹੁੰਦਾ ਸੀ। ਗੁਰੂ ਸਾਹਿਬ ਜੀ ਕਥਨ ਕਰਦੇ, ਇਹ ਸਤਿਗੁਰੂ ਆਪ ਦੇ ਪਾਸ ਰਹਿੰਦਿਆਂ ਕਿਸੇ ਕਾਰਨ ਆਪ ਜੀ ਤੋਂ ਨਾ ਜੇ ਮਿਲਦੇ, ਵਿਛੋੜੇ ਦੀ ਇੱਕ ਘੜੀ ਵੀ ਮੈਨੂੰ ਕਾਲ ਭਾਵ ਹੁੰਦੀ ਸੀ। ਯੁੱਗ ਦੀ ਨਿਆਈ ਭਾਵ ਇੱਕ ਯੁੱਗ ਜਿੰਨਾ ਫਰਕ ਪੈ ਜਾਂਦਾ। ਸੋ ਜਿਸ ਪ੍ਰਕਾਰ ਇਹ ਜਿਹੜਾ ਕਲਯੁਗ ਹੈ, ਇਹਦੀ ਉਮਰ ਜਿੰਨਾ ਸਮਾਂ ਲੰਘ ਜਾਂਦਾ ਸੱਚੇ ਪਾਤਸ਼ਾਹ, ਮੈਨੂੰ ਇਉਂ ਲੱਗਦਾ ਕਿ ਮੇਰਾ ਲੱਖਾਂ ਵਰੇ ਲੰਘੇ ਨੇ ਵਿਛੋੜੇ ਪਏ ਨੂੰ। ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਇੱਕ ਪਲ ਦਿਨ ਸਮੋਕੋ ਕਬਹੁ ਨਾ ਬਿਹਾਵੈ। ਇਸ ਕਰਕੇ ਮੇਰਾ ਵਿਛੋੜਾ ਹੋ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੁਣ ਬੇਨਤੀ ਕਰਦੇ ਨੇ, ਹੁਣ ਕਦ ਮਿਲੀ ਐ ਪ੍ਰੈ ਤੁਧ ਭਗਵੰਤਾ। ਜਦ ਕਿ 1 ਸਾਲ ਭਰ ਤੋਂ ਉੱਪਰ ਸਮਾਂ ਬਤੀਤ ਹੋ ਗਿਆ, ਮਨ ਵਿੱਚ ਬੜੀ ਤੜਪ ਲੱਗੀ ਰਹਿੰਦੀ ਹੈ। हे ਭਗਵੰਤ ਅਕਾਲ ਪੁਰਖ ਦੇ ਸਰੂਪ ਪਿਆਰੇ ਸਤਿਗੁਰੂ, ਹੁਣ ਕਦੋਂ ਤੁਸੀਂ ਮੈਨੂੰ ਮਿਲਣਾ ਕਰੋਗੇ। हे ਭਗਵੰਤ ਦੇ ਪਿਆਰੇ ਸਤਿਗੁਰੂ, ਕਿਰਪਾ ਕਰੋ, ਦਰਸ਼ਨ ਬਖਸ਼ੋ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਦੇ ਸਾਧ ਸੰਗਤ ਰੂਪੀ ਦਰਬਾਰ ਦੇ ਦੇਖੇ ਤੋਂ ਬਿਨਾਂ ਮੇਰੀ ਜਿਹੜੀ ਰਾਤ ਹੈ ਬੀਤਦੀ ਨਹੀਂ। ਕਿਉਂਕਿ ਸਤਸੰਗਤ ਵਿੱਚ ਆਸਾ ਦੀ ਵਾਰ ਸੁਣਦੇ ਸੀ, ਕਦੇ ਸ਼ਬਦ ਦੀ ਵਿਚਾਰ ਸੁਣਦੇ ਸੀ, ਕਦੇ ਉੱਥੇ ਬਾਣੀ ਸੁਣਦੇ ਸੀ, ਅਤੇ ਆਪ ਜੀ ਦੇ ਵਿਛੋੜੇ ਕਰਕੇ ਹੁਣ ਨੀਂਦ ਵੀ ਨਹੀਂ ਆਉਂਦੀ ਮੈਨੂੰ ਤਾਂ। ਸਾਰੀ ਰਾਤ ਆਪ ਦੇ ਦੇਖੇ ਤੋਂ ਬਿਨਾਂ ਅੱਖਾਂ 'ਚ ਬਤੀਤ ਹੋ ਜਾਂਦੀ ਹੈ। ਸੋ हे ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਆਪ ਦੇ ਦਰਬਾਰੇ 'ਚ ਸਰੂਪ ਦੇਖੇ ਤੋਂ ਬਿਨਾਂ, ਸੋ ਆਪ ਦੇ ਜਿਹੜੇ ਸਰੂਪ ਹੈ ਨਾ, ਆਪ ਦੇ ਦੇਖੇ ਤੋਂ ਬਿਨਾਂ ਅਵਸਥਾ ਰੂਪੀ ਰਾਤ ਜਿਹੜੀ ਮੇਰੀ ਬਤੀਤ ਨਹੀਂ ਹੁੰਦੀ। ਮੇਰਾ ਇੱਕ ਛਿਨ ਵੀ ਨਹੀਂ ਲੰਘਦਾ ਹੈ, ਬਹੁਤ ਔਖਾ ਹਾਂ ਮੈਂ, ਨਾ ਹੀ ਸ਼ਾਂਤੀ ਰੂਪੀ ਨੀਂਦ ਆਉਂਦੀ ਹੈ। ਹਉ ਕੋਲੀ ਜੀਉ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਉ ਰਹਾਓ। हे ਸਤਿਗੁਰੂ, ਆਪ ਦੇ ਸੱਚੇ ਦਰਬਾਰ ਉੱਪਰੋਂ ਮਨ ਕਰਕੇ ਘੋਲੀ ਵਾਰਨੇ ਫੇਰਨੇ, ਬਾਣੀ ਕਰਕੇ ਵਾਰਨੇ ਫੇਰਨੇ ਜਾਂਦਾ, ਸਰੀਰ ਕਰਕੇ ਵਾਰਨੇ ਫੇਰਨੇ ਜਾਂਦਾ। ਸੋ ਇਸ ਤਰ੍ਹਾਂ ਤੀ ਵਿਛੋੜੇ ਦੇ ਅਸਹਿ ਦੁੱਖ ਵਿੱਚ ਬੇਬਲ ਹੋਇਆ ਸਤਿਗੁਰਾਂ ਨੇ ਫਿਰ ਲਾਹੌਰ ਬੈਠਿਆਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੀਸਰੀ ਚਿੱਠੀ ਲਿਖ ਉੱਪਰ 3 ਅੰਕ ਪਾ ਦਿੱਤਾ। ਇਹ ਤੀਸਰੀ ਚਿੱਠੀ ਹੈ। ਉਸੇ ਸਿੱਖ ਨੂੰ ਕੋਲ ਸੱਦ ਕੇ ਚੰਗੀ ਤਰ੍ਹਾਂ ਇਹ ਗੱਲ ਪੱਕੀ ਕੀਤੀ ਕਿ ਪੱਤਰਕਾਰ ਨੂੰ ਜ਼ਰੂਰ ਗੁਰੂ ਸਾਹਿਬ ਦੇ ਕੋਲ ਪਹੁੰਚਾਉਣਾ ਹੈ। ਰਸਤੇ ਵਿੱਚ ਨਾ ਕਿਸੇ ਨੂੰ ਦੱਸਣਾ, ਨਾ ਹੀ ਪੱਤਰਕਾਰ ਦੇਣੀ। ਸਮਝਾ ਦਿੱਤਾ ਕਿ ਤੂੰ ਇੱਕ ਪਾਸਿਓਂ ਹੋ ਕੇ ਜਾਈਂ, ਇਹ ਨਾ ਹੋਵੇ ਤੈਨੂੰ ਅੱਗਿਓਂ ਫੇਰ ਪਿਰਥੀ ਜੀ ਮਿਲ ਜਾਣ, ਭਰਾ ਮੇਰਾ। ਉਹ ਚਿੱਠੀ ਨਹੀਂ ਪਹੁੰਚਾਉਂਦਾ ਹੁਣ ਅੱਗੇ।
ਇਸ ਕਰਕੇ ਫਿਰ ਉਹ ਸਿੱਖ 7 ਬਚਨ ਕਹਿੰਦੇ ਆ ਪੱਤਰਕਾ ਲੈ ਕੇ ਖੀਸੇ 'ਚ ਪਾ ਕੇ ਲਾਹੌਰ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਗੁਰਾਂ ਨੂੰ ਨਮਸਕਾਰ ਕਰਕੇ ਚੱਲ ਪਿਆ। ਸਾਰਾ ਸਫ਼ਰ ਮੁਕਾ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਇਸ ਵਾਰ ਰਸਤੇ 'ਚ ਕਿਤੇ ਵੀ ਨਾ ਅਟਕਿਆ, ਸਿੱਧਾ ਸਤਿਗੁਰਾਂ ਦੇ ਚਰਨਾਂ 'ਚ ਹੀ ਪਹੁੰਚ ਗਿਆ। ਜਦੋਂ ਜਾ ਕੇ ਮੱਥਾ ਟੇਕਿਆ, ਪੱਤਰਕਾ ਫੜਾਉਂਦਿਆਂ ਬੇਨਤੀ ਕੀਤੀ, ਇਹ ਪੱਤਰਕਾ ਆਪ ਜੀ ਦੇ ਸਾਹਿਬਜ਼ਾਦੇ ਨੇ ਲਾਹੌਰੋਂ ਭੇਜੀ। ਸਤਿਗੁਰੂ ਜੀ ਪੱਤਰਕਾ ਪੜ੍ਹਦਿਆਂ ਸਾਰ ਤੀਸਰਾ ਅੰਗ ਪਿਆ ਵੇਖ ਕੇ ਸਿੱਖ ਤੋਂ ਪੁੱਛਦੇ ਆ, ਇਹ ਪਹਿਲੀਆਂ 2 ਚਿੱਠੀਆਂ ਕਿੱਥੇ ਆ? ਸਿੱਖ ਨੇ ਕਿਹਾ, ਗਰੀਬ ਨਵਾਜ, ਅੱਗੇ ਵੀ ਮੈਂ 2 ਵਾਰੀ ਚਿੱਠੀਆਂ ਲੈ ਕੇ ਆਇਆ, ਪਰ ਆਪ ਦੇ ਵੱਡੇ ਸਪੁੱਤਰ ਪਿਰਥੀ ਚੰਦ ਨੇ ਰਸਤੇ 'ਚ ਲੈ ਲਈਆਂ ਸੀ ਤੇ ਕਿਹਾ ਸੀ ਕਿ ਮੈਂ ਆਪੇ ਦੇ ਦਿਆਂਗਾ, ਸੰਗਤਾਂ ਬਹੁਤ ਹੋਣ ਕਰਕੇ ਆਪ ਦਾ ਮਿਲਾਪ ਨਹੀਂ ਹੁੰਦਾ ਰਿਹਾ। ਇਹ ਗੱਲ ਸੁਣ ਕੇ ਸਤਿਗੁਰਾਂ ਨੇ ਉਹਨੂੰ ਪ੍ਰਸ਼ਾਦ ਛਕਾ ਕੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਲਿਆਉਣ ਵਾਸਤੇ ਉਹਦੇ ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੂੰ ਲਾਹੌਰ ਭੇਜ ਦਿੱਤਾ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਦੋਨੋਂ ਸੰਤ ਜਦ ਲਾਹੌਰ ਪਹੁੰਚੇ ਤਾਂ ਨਮਸਕਾਰ ਕਰਦਿਆਂ ਬੇਨਤੀ ਕੀਤੀ ਕਿ ਆਪ ਦੇ ਬੁਲਾਉਣ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਭੇਜਿਆ, ਛੇਤੀ ਚੱਲੋ। ਇਹ ਬਚਨ ਸੁਣਦਿਆਂ ਸਾਰ ਚੱਲ ਪਏ ਤੇ ਅੰਮ੍ਰਿਤਸਰ ਪਹੁੰਚ ਕੇ ਚਿਰਾਂ ਦੇ ਵਿਛੜੇ ਦੁੱਖ ਤੋਂ ਸੋ ਬਹੁਤ ਸੀ ਦੁੱਖ ਇਸ ਗੱਲ ਦਾ ਕਿ ਮਿਲਾਪ ਨਹੀਂ ਹੋਇਆ। ਮਿਲਾਪ ਦੀ ਖੁਸ਼ੀ ਵਿੱਚ ਆਉਂਦਿਆਂ ਸਾਰ ਪਵਿੱਤਰ ਚਰਨਾਂ ਕਮਲਾਂ ਤੇ ਲਿਪਟ ਗਏ ਤੇ ਇੰਨਾ ਵਿਰਾਗ ਆ ਕਿ ਅੱਖਾਂ ਵਿੱਚੋਂ ਅਥਾਹ ਜਲ ਵਗਣ ਕਰਕੇ ਚਰਨ ਧੋਤੇ ਗਏ ਗੁਰਾਂ ਦੇ। ਗੁਰੂ ਰਾਮਦਾਸ ਮਹਾਰਾਜ ਨੇ ਪਿਆਰ ਨਾਲ ਦਿਲਾਸਾ ਦਿੱਤਾ, ਪਿੱਠ ਤੇ ਥਾਪੜਾ ਦਿੰਦਿਆਂ ਬਖਸ਼ਿਸ਼ ਭਰਿਆ ਹੱਥ ਫੇਰਿਆ, ਫਿਰ ਬਾਹਾਂ ਤੋਂ ਫੜ ਕੇ ਉੱਪਰ ਉਠਾਇਆ। ਦੀਵਾਨ ਸਜਿਆ ਹੋਇਆ ਹੈ। ਸੰਗਤਾਂ ਇਸ ਕੌਤਕ ਨੂੰ ਦੇਖ ਕੇ ਵਿਸਮਾਦ ਹੋ ਰਹੀਆਂ ਨੇ। ਇੰਨੇ ਨੂੰ ਸਤਿਗੁਰਾਂ ਨੇ ਪਿਰਥੀ ਚੰਦ ਨੂੰ ਬੁਲਾਵਾ ਭੇਜਿਆ। ਵੱਡਾ ਭਰਾਤਾ ਆਇਆ ਜਾਣ ਕੇ ਆਪ ਜੀ ਨੇ ਉਹਨਾਂ ਨੂੰ ਵੀ ਨਮਸਕਾਰ ਕੀਤੀ। ਇਹਨਾਂ ਨੂੰ ਸਤਿਗੁਰੂ ਕਹਿਣ ਲੱਗੇ, ਤੇਰੇ ਪਾਸ ਇਹਨਾਂ ਦੀਆਂ 2 ਚਿੱਠੀਆਂ ਆਈਆਂ, ਉਹ ਕਿੱਥੇ ਆ? ਤੈਂ ਸਾਨੂੰ ਕਿਉਂ ਨਹੀਂ ਦਿੱਤੀਆਂ? ਉਹ ਸਾਫ਼ ਹੀ ਮੁੱਕਰ ਗਿਆ, ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਆਈ ਜੀ। ਸਤਿਗੁਰਾਂ ਨੇ ਪੁੱਛਿਆ, ਪਰ ਫਿਰ ਇਹ ਸੱਚ ਨਾ ਕਿਹਾ ਤੂੰ, ਜਾਂ ਤੀਸਰੀ ਵਾਰੀ ਕਿਹਾ ਤਾਂ ਉਸ ਵਕਤ ਪੱਤਰਕਾ ਤੇਰੇ ਪਾਸ ਹੀ ਨੇ, ਸੰਗਤ ਵਿੱਚ ਮੁੱਕਰਦਾ? ਤੇਰਾ ਭਲਾ ਏ ਇਸੇ ਵਿੱਚ ਕਿ ਦੋਵੇਂ ਚਿੱਠੀਆਂ ਹਾਜ਼ਰ ਕਰ ਲਿਆ ਕੇ। ਆਹ ਦੇਖ 3 ਅੰਕ ਪਾਇਆ ਹੋਇਆ ਤੀਸਰੀ ਚਿੱਠੀ ਤੇ ਪਹਿਲੀਆਂ 2 ਤੇਰੇ ਕੋਲ ਹੀ ਆ। ਸਿੱਖ ਕਹਿੰਦਾ ਮੈਂ ਦਿੱਤੀਆਂ ਨੇ। ਹੁਣ ਮਾਇਆ ਦਾ ਇਹੋ ਜਿਹਾ ਪੜਦਾ ਪਿਆ ਜੋ ਸਾਹਮਣੇ ਬੋਲਣ ਤੋਂ ਸੰਕੋਚ ਨਾ ਕੀਤਾ। ਕਹਿੰਦਾ ਤੁਸੀਂ ਬਾਰ-ਬਾਰ ਪੁੱਛਦੇ ਹੋ, ਸੋ ਇਸ ਕਰਕੇ ਉਹ ਹੁੰਡੀਆਂ ਤਾਂ ਨਹੀਂ ਕੋਈ ਜਿਹੜੀਆਂ ਮੈਂ ਲੁਕਾ ਲਈਆਂ ਵੀ ਬੜੇ ਪੈਸੇ ਉਹਨਾਂ ਦੇ ਵਿੱਚ ਹੈਗੇ ਆ। ਹੁੰਡੀਆਂ ਪੁਰਾਣੇ ਟਾਈਮ 'ਚ ਹੁੰਦੀਆਂ, ਜਿਵੇਂ ਹੁਣ ਡਰਾਫਟ ਬਣਾ ਕੇ ਲੈ ਕੇ ਜਾਂਦੇ ਆ। ਜਦ ਕਿਸੇ ਹੀਲੇ ਨਾ ਮੰਨਿਆ ਤਾਂ ਘਟ ਕੇ ਅੰਤਰ ਕੀ ਜਾਣਤ ਭੁਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰਾਂ ਨੇ ਇੱਕ ਸਿੱਖ ਨੂੰ ਕੋਲ ਬੁਲਾ ਕੇ ਇਸ਼ਾਰੇ ਨਾਲ ਹੌਲੀ ਜੀ ਕਿਹਾ ਕਿ ਇਹਦੇ ਘਰ ਜਾ ਕੇ ਇਹਦੀ ਘਰਵਾਲੀ ਕਰਮੋਂ ਪਾਸੋਂ ਚੋਲਾ ਲਿਆਓ ਕਿ ਪਿਰਥੀ ਚੰਦ ਮੰਗਦਾ। ਸੂਰਜ ਪ੍ਰਕਾਸ਼ 'ਚ ਐਸਾ ਵੀ ਆਇਆ ਕਿ ਦਰਵਾਜ਼ੇ ਵੜਦਿਆਂ ਸਾਰ ਸਾਹਮਣੇ ਇੱਕ ਚੋਲਾ ਟੰਗਿਆ ਹੋਇਆ, ਉਹ ਲਾਹ ਕੇ ਲੈ ਆਇਆ। ਇੰਨੀ ਅੰਤਰਜਾਮਤਾ ਨਾਲ ਸਤਿਗੁਰਾਂ ਨੇ ਦੱਸ ਦਿੱਤਾ ਕਿ ਉਹਦੇ ਚੋਲੇ ਦੀ ਸੱਜੀ ਜੇਬ ਦੇ ਵਿੱਚੋਂ ਚਿੱਠੀਆਂ ਨੇ। 7 ਵਚਨ ਕਹਿ ਕੇ ਸਿੱਖ ਪਿਰਥੀ ਦੇ ਗ੍ਰਹਿ ਗਿਆ ਤੇ ਕਰਮੋਂ ਪਾਸੋਂ ਸੋ ਪਿਰਥੀ ਚੰਦ ਦਾ ਨਾਂ ਲੈ ਕੇ ਚੋਲਾ ਲਿਆਇਆ। ਇਹ ਚੋਲਾ ਘਰ ਵਿੱਚ ਕਿੱਲੀ ਉੱਪਰ ਟੰਗਿਆ ਰਹਿ ਗਿਆ ਸੀ। ਜਦੋਂ ਘਰ ਸੀ ਤਾਂ ਸੁਨੇਹਾ ਪੁੱਜਣ ਤੇ ਪਿਰਥੀ ਚੰਦ ਆਪ ਤਾਂ ਚਲਿਆ ਆਇਆ, ਪਰ ਚੋਲਾ ਪਾਉਣਾ ਭੁੱਲ ਗਿਆ ਅਤੇ ਮਾਇਆ ਵਿੱਚ ਦਿਨ ਰਾਤ ਖੱਚਤ ਰਹਿਣ ਕਰਕੇ ਚਿੱਠੀਆਂ ਨੂੰ ਪਾੜ ਦੇਣ ਜਾਂ ਲੁਕਾ ਦੇਣ ਦਾ ਖਿਆਲ ਨਾ ਰਿਹਾ। ਜਿਸ ਕਰਕੇ ਦੋਵੇਂ ਚਿੱਠੀਆਂ ਹਾਲਾਂ ਤੱਕ ਚੰਗੇ ਚੋ ਢੰਗ ਨਾਲ ਨੇ ਐ ਮਰੋੜ ਤਰੋੜ ਕੇ ਖੀਸੇ 'ਚ ਪਾ ਕੇ ਰੱਖੀਆਂ ਹੋਈਆਂ ਸੀ, ਕਿਸੇ ਨੂੰ ਪਤਾ ਨਾ ਲੱਗੇ। ਜਿਸ ਵੇਲੇ ਚੋਗਾ ਸਾਹਮਣੇ ਆਇਆ ਤਾਂ ਪਿਰਥੀ ਚੰਦ ਦੇ ਹੋਸ਼ ਗੁੰਮ ਹੋ ਗਏ। ਚੋਗੇ ਦੇ ਆਉਣ ਉੱਪਰ ਸਤਿਗੁਰਾਂ ਨੇ ਕਿਹਾ, ਹੁਣ ਤਾਂ ਇਹਦੇ ਵਿੱਚੋਂ ਚਿੱਠੀਆਂ ਆਪ ਕੱਢ ਕੇ ਦੇਵੇਂਗਾ? ਪਰ ਉਹ ਕੁਝ ਵੀ ਸੋਚਦਾ ਨਹੀਂ ਸੀ, ਕ੍ਰੋਧ ਨਾਲ ਲਾਲੋ ਲਾਲ ਹੋ ਰਿਹਾ ਸੀ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸ਼ਰਮਿੰਦਾ ਜਿਹਾ ਹੋ ਗਿਆ, ਚਿਹਰੇ ਤੋਂ ਲਾਲੀ ਉੱਡ ਗਈ, ਪਲੱਤਣ ਤਾਂ ਆ ਗਈ ਉਸ ਵਕਤ ਤੇ ਵੱਧ ਘੱਟ ਬੋਲਣ ਲੱਗਿਆ। ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਇਸ ਕਰਕੇ ਮਹਾਰਾਜ ਰਹਾਓ ਉਚਾਰਨ ਕਰਨ ਤੋਂ ਬਾਅਦ ਕਹਿੰਦੇ, ਜਿਸ ਧਨ ਕਾ ਤੁਮ ਗਰਵ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛਤਾਪ। ਇਸ ਤਰ੍ਹਾਂ ਬਹੁਤ ਸਮਝਾਇਆ। ਪਿਰਥੀ ਚੰਦ ਨੂੰ ਸ਼ਾਂਤ ਕਰਕੇ ਫਿਰ ਸਤਿਗੁਰਾਂ ਨੇ ਆਪ ਚੋਗੇ ਵਿੱਚੋਂ ਦੋਵੇਂ ਚਿੱਠੀਆਂ ਕੱਢੀਆਂ ਤੇ ਤੀਸਰੀ ਵੀ ਨਾਲ ਰਲਾ ਕੇ ਭਰੇ ਦੀਵਾਨ ਦੇ ਵਿੱਚ ਫਰਮਾਇਆ, ਇਹ 3 ਪਦ ਰਚੇ ਹੋਏ ਨੇ, ਹੁਣ ਜੋ ਕੋਈ ਅਗਲਾ ਚੌਥਾ ਪਦ ਇਹਦੇ ਮੁਤਾਬਕ ਰਚ ਦੇਵੇਗਾ ਉਹਨੂੰ ਗੁਰਤਾ ਗੱਦੀ ਤੇ ਬਿਠਾ ਦੇਵਾਂਗੇ। ਸਾਰੀ ਸੰਗਤ ਵਿੱਚ ਸਨਾਟਾ ਛਾ ਗਿਆ। ਚਾਹੇ ਦੀਵਾਨ ਵਿੱਚ ਬੜੇ ਬੜੇ ਗੁਣੀ ਕਵੀ ਜਨ ਬੈਠੇ ਸੀ, ਪਰ ਕਿਸੇ ਦਾ ਹੀਆਂ ਨਾ ਪਿਆ, ਸਾਰੇ ਚੁੱਪ ਬੱਟੀ ਬੈਠੇ ਰਹੇ।
ਕੁਝ ਦੇਰ ਮਗਰੋਂ ਸਤਿਗੁਰਾਂ ਨੇ ਆਪ ਪ੍ਰਿਥੀ ਚੰਦ ਨੂੰ ਸੰਬੋਧਨ ਕਰਦਿਆਂ ਕਿਹਾ, ਹੁਣ ਵੇਲਾ, ਜੇ ਕੁਝ ਕਰ ਸਕਦਾ ਤਾਂ ਆ ਲੈ ਫੜ, ਆ 3 ਚਿੱਠੀਆਂ ਦੇ ਬਰਾਬਰ ਚੌਥੀ ਚਿੱਠੀ ਲਿਖ ਦੇ, ਨਾਲ ਮਿਲਾ ਦੇ ਚੌਥਾ ਪਦਾ, ਗੁਰਤਾ ਗੱਦੀ ਤੈਨੂੰ ਦੇ ਦਿਆਂਗੇ। ਈਰਖਾ ਵਿੱਚ ਸੜਦੇ ਰਹਿਣ ਦਾ ਕੋਈ ਫਾਇਦਾ ਨਹੀਂ। ਪਰ ਪ੍ਰਿਥੀ ਚੰਦ ਕੋਲੋਂ ਕਿਵੇਂ ਬਣ ਆਵੇ? ਇਹ ਤਾਂ ਬਖਸ਼ਿਸ਼ ਹੈ, ਜਿਹਦੇ ਤੇ ਕਰ ਦੇਣ ਵਾਹਿਗੁਰੂ ਕਰ ਦੇਣ। ਜਿਸ ਉੱਪਰ ਹੋ ਜਾਵੇ ਉਹ ਸ਼ਰਮਿੰਦਗੀ ਵਿੱਚ ਹੀ ਚੁੱਪ ਖੜਾ ਰਿਹਾ। ਜਿਸ ਵਕਤ ਕੋਈ ਅੱਗੇ ਨਾ ਵਧਿਆ ਤਾਂ ਸਤਿਗੁਰਾਂ ਨੇ ਆਪ ਹੁਕਮ ਕੀਤਾ, ਪੁੱਤਰ ਜੀ ਸਾਡੀ ਆਗਿਆ ਮੰਨ ਕੇ ਅਗਲਾ ਚੌਥਾ ਪਦ ਵੀ ਉਚਾਰਨਾ ਕਰੋ। ਇਸ ਪ੍ਰਕਾਰ ਹੁਕਮ ਮੰਨ ਕੇ ਸੰਗਤ ਵਿੱਚ ਬੈਠਿਆਂ ਬਰਾਗ ਤੇ ਖੁਸ਼ੀ ਵਿੱਚ ਆਪ ਜੀ ਇਹ ਚੌਥਾ ਪਦ ਉਚਾਰਦੇ ਹੋਏ ਮੰਗ ਕਰਦੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ। ਹੇ ਗਰੀਬ ਨਿਵਾਜ, ਜਿਸ ਵੇਲੇ ਮੇਰਾ ਭਾਗ ਆਪ ਜੀ ਦੇ ਮਿਲਾਪ ਰੂਪੀ ਫਲ ਦੇਣ ਨੂੰ ਉਦੇ ਹੋਇਆ ਤਾਂ ਆਪ ਜੀ ਦੇ ਕਿਰਪਾ ਕਰਕੇ ਸੰਤ ਜਿਹੜੇ ਸੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਨਾਲ ਮਿਲਾਉਣਾ ਕੀਤਾ ਤੇ ਉਹਨਾਂ ਸੰਤਾਂ ਦੀ ਕਿਰਪਾ ਕਰਕੇ ਚਿਰੰਕਾਲ ਮਗਰੋਂ ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਹੇ ਅਬਿਨਾਸੀ ਨਾਸ ਤੋਂ ਰਹਿਤ ਪ੍ਰਭੂ ਜੀ, ਰੱਖਿਅਕ ਵਾਹਿਗੁਰੂ ਦੇ ਸਰੂਪ ਸਤਿਗੁਰੂ ਅੰਮ੍ਰਿਤਸਰ ਰੂਪੀ ਘਰ ਵਿੱਚ ਆਪ ਦੇ ਦਰਸ਼ਨਾਂ ਨੂੰ ਪਾਉਣਾ ਕੀਤਾ। ਇਸ ਭਾਵ ਨੂੰ ਇਉਂ ਵੀ ਲੈਂਦੇ ਕਿ ਭਾਗ ਹੋਆ ਗੁਰ ਸੰਤ ਮਿਲਾਇਆ। ਜਿਸ ਵੇਲੇ ਭਾਗਾਂ ਦਾ ਫਲ ਉਦੇ ਹੋਇਆ ਤਾਂ ਸੰਤ ਬਾਬਾ ਬੁੱਢਾ ਜੀ ਨੇ, ਹੇ ਗੁਰੂ ਆਪ ਜੀ ਨਾਲ ਮੈਨੂੰ ਮਿਲਾਉਣਾ ਕੀਤਾ। ਅਥਵਾ ਭਾਗ ਹੋਆ ਜਦੋਂ ਚੰਗੇ ਭਾਗਾਂ ਨਿਸ਼ਾਨੀ ਪ੍ਰਗਟ ਹੋਈ ਤਾਂ ਸੰਤ ਸਰੂਪ ਸਤਿਗੁਰੂ ਨਾਲ ਮਿਲਾਇਆ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਆਪ ਜੀ ਦੀ ਕਿਰਪਾ ਹੋਣ ਕਰਕੇ ਮੈਂ ਆਪਣੇ ਅੰਤਹਿਕਰਨ ਰੂਪ ਘਰ ਵਿੱਚ ਅਬਿਨਾਸੀ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਹੁਣ ਮੇਰੇ ਮਨ ਦੀ ਇਹੋ ਇੱਛਾ ਜੀ, ਇੱਕ ਸੇਵ ਕਰੇ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਰ ਵੇਲੇ ਆਪਦੇ ਚਰਨਾਂ ਵਿੱਚ ਸਥਿਤ ਹੋਇਆ, ਬਸ ਹੁਣ ਸੇਵਾ ਕਰਾਂ, ਬਸ ਇਹੀ ਕਿਰਪਾ ਕਰ ਦਿਓ। ਸੇਵਾ ਕਰਦਾ ਹੋਇਆ ਪਲ ਦਾ ਚਸਾ ਮਾਤਰ ਵੀ ਆਪ ਤੋਂ ਮੈਂ ਕਦੇ ਨਾ ਵਿਛੜਾਂ। ਨਾਨਕ ਪਦ ਤੋਂ ਭਾਵ ਸਤਿਗੁਰੂ ਜੀ ਕਥਨ ਕਰਦੇ ਨੇ, ਕਿਉਂਕਿ ਹੁਣ ਗੁਰਤਾ ਗੱਦੀ ਦੀ ਦਾਤ ਦੇ ਚੁੱਕੇ, ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਇਹ ਚੌਥਾ ਪਦਾ ਵੈਸੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਹੀ ਆਪਨੇ ਵਰਤਿਆ ਨਾਨਕ ਨਾਮ। ਇਸੇ ਕਰਕੇ ਇਹ ਗਰੀਬ ਨਿਵਾਜ ਸਤਿਗੁਰੂ, ਮੈਂ ਸੇਵਕ ਜਨ ਤਾਂ ਆਪ ਦੇ ਚਰਨਾਂ ਦਾ ਦਾਸ ਹਾਂ, ਕਿਰਪਾ ਕਰਕੇ ਆਪਣੇ ਚਰਨਾਂ ਨਾਲੋਂ ਕਦੇ ਨਾ ਵਿਛੋੜਿਓ ਮੈਨੂੰ। ਹਉ ਕੋਲੀ ਜਿਉ ਕੋਲ ਕਮਾਏ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਉੱਪਰੋਂ ਮਨ ਕਰਕੇ ਘੋਲੀ ਵਾਰਨੇ ਫੇਰਨੇ ਜਾਣਾ, ਬਾਣੀ ਕਰਕੇ ਵਾਰਨੇ ਫੇਰਨੇ ਜਾਣਾ, ਸਰੀਰ ਕਰਕੇ ਵੀ ਵਾਰਨੇ ਫੇਰਨੇ ਜਾਣਾ। ਮਹਾਰਾਜ ਜੀਓ, ਮੈਂ ਜਨ ਆਪ ਦਾ ਚਰਨਾਂ ਕਮਲਾਂ ਦਾ ਦਾਸ ਹਾਂ ਜੀ। ਜਿਸ ਵੇਲੇ ਪਿਤਾ ਗੁਰਦੇਵ ਜੀ ਦੀ ਆਗਿਆ ਪਾ ਕੇ ਚੌਥਾ ਪਦ ਉਚਾਰਨ ਕੀਤਾ ਤਾਂ ਗੁਰੂ ਜੀ ਸਮੇਤ ਸਾਰੀਆਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਫਿਰ ਭਰੇ ਦੀਵਾਨ ਵਿੱਚ ਸਤਿਗੁਰਾਂ ਨੇ ਆਪ ਜੀ ਨੂੰ ਗੁਰਿਆਈ ਗੱਦੀ ਜਿਹੜੀ ਸੀ ਸਿਰੋਂ ਪਾ ਬਖਸ਼ਿਸ਼ ਕਰਕੇ ਸਾਰੇ ਜਗਤ ਦਾ ਗੁਰੂ ਥਾਪ ਦਿੱਤਾ। ਨਾਨਕ ਨਾਮ ਆਪ ਹੀ ਲਿਖਵਾਇਆ ਸੀ, ਲਿਖ ਦਿਓ ਹੁਣ ਵਿੱਚ, ਬਸ ਗੁਰਤਾ ਗੱਦੀ ਦੀ ਤਿਆਰੀ। ਕਿਉਂ ਕਿਹਾ ਕਿ ਪੁਰਖਾ ਜੋ ਤੇਰੀ ਇੱਛਾ ਸੇਵਾ ਕਰਨ ਦੀ ਹੈ ਤਾਂ ਇਹ ਹਰਿਮੰਦਰ ਸਾਹਿਬ ਨੂੰ ਸਾਡਾ ਹੀ ਸਰੂਪ ਜਾਣ ਕੇ ਇਹਦੀ ਸੇਵਾ ਕਰਨੀ ਹੈ। ਸੋ ਸਾਰੀ ਸੇਵਾ ਹੁਣ ਤੁਹਾਡੀ ਜ਼ਿੰਮੇਵਾਰੀ ਤੇ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਤੁਸੀਂ ਕਰਨੀ, ਸੇਵਾ ਮੰਗੀ ਸੀ, ਹਰਿਮੰਦਰ ਸਾਹਿਬ ਦੀ ਸੇਵਾ, ਸਰੋਵਰਾਂ ਸਾਰਿਆਂ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਮਹਾਨ ਸ਼ਹੀਦੀ ਦਿੱਤੀ ਉਹ ਵੀ ਆਪ ਦੀ ਵੱਡੀ ਸੇਵਾ, ਬੇਅੰਤ ਸੇਵਾ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕੀਤੀ ਹੈ। ਇਉਂ ਗੁਰਾਂ ਦਾ ਪਾਵਨ ਉਪਦੇਸ਼ ਆਪਾਂ ਸ਼ਰਵਣ ਕੀਤਾ ਹੈ। ਸੋ ਇਸੇ ਕਰਕੇ ਜੋ ਗੁਰਸਿੱਖ ਗੁਰਬਾਣੀ ਅੰਮ੍ਰਿਤ ਵੇਲੇ ਪੜ੍ਹਦੇ 5 ਬਾਣੀਆਂ, ਉਹਦੇ ਨਾਲ ਸ਼ਬਦ ਹਜ਼ਾਰੇ ਜ਼ਰੂਰ ਪੜ੍ਹਦੇ ਨੇ। ਸ਼ਬਦ ਹਜ਼ਾਰਿਆਂ ਵਿੱਚ ਅਤੀ ਵੈਰਾਗ ਹੈ, ਤਿਆਗ ਹੈ, ਪਿਆਰ ਹੈ, ਸਿੱਖੀ ਹੈ। ਇਸ ਤਰ੍ਹਾਂ ਸੰਗਤਾਂ ਗੁਰਬਾਣੀ ਦੇ ਨਾਲ ਨਾਲ ਜਪਜੀ ਸਾਹਿਬ, ਪਹਿਲਾਂ ਪੁਰਾਣਾ ਨਿਤਨੇਮ ਹੁੰਦਾ ਸੀ, ਅੱਜ ਤੋਂ 30-40 ਸਾਲ 50 ਸਾਲ ਪਹਿਲਾਂ ਜਪਜੀ ਸਾਹਿਬ ਸ਼ਬਦ ਹਜ਼ਾਰੇ, ਜਾਪ ਸਾਹਿਬ ਨਾਲ 10ਵੇਂ ਪਾਤਸ਼ਾਹ ਸ਼ਬਦ ਹਜ਼ਾਰੇ। ਸੋ ਸਵਈਆਂ ਦੇ ਨਾਲ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਸਵਈਏ, ਚੌਪੀ ਸਾਹਿਬ ਨਾਲ ਛੋਟੀ ਚੌਵੀ ਪ੍ਰਣਵਾਦ ਏਕ ਓੰਕਾਰਾ। ਫਿਰ ਗੁਰਸਿੱਖ ਪੜ੍ਹਦੇ ਹੁੰਦੇ ਸੀ ਇਸੇ ਪ੍ਰਕਾਰ ਆਨੰਦ ਸਾਹਿਬ ਦੇ ਨਾਲ 12 ਮਾਹਾਂ। ਇਸੇ ਪ੍ਰਕਾਰ ਫਿਰ ਬਾਅਦ ਵਿੱਚ ਸੁਖਮਨੀ ਆਸਾ ਦੀ ਵਾਰ, ਫਿਰ ਸੁਖਮਨੀ ਸਾਹਿਬ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ। ਇਹ ਸਾਰੇ ਪੁਰਾਣੇ ਗੁਰਸਿੱਖ ਨਿਤਨੇਮ ਕਰਿਆ ਕਰਦੇ ਸੀ। ਚਾਹੀਦਾ ਤੇ ਇਹ ਸੀ ਜਿਹੜੇ ਵੱਧ ਬਾਣੀ ਪੜ੍ਹਦੇ ਆ ਉਹਨਾਂ ਨੂੰ ਹੋਰ ਵੱਧ ਪੜ੍ਹਾਉਂਦੇ, ਜਿਹੜੇ ਘੱਟ ਪੜ੍ਹਦੇ ਨੇ ਉਹ ਹੋਰ ਜ਼ਿਆਦਾ ਵੱਧ ਪੜ੍ਹਦੇ। ਪਰ ਜਿਹੜੇ ਘੱਟ ਪੜ੍ਹਨ ਵਾਲੇ ਸੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਦੇਤਾ, ਆਓ ਵੀ ਘੱਟ ਬਾਣੀ ਪੜ੍ਹੀਏ ਮਿਲ ਕੇ ਸਾਰੇ। ਜਿਹੜਾ ਘੱਟ ਬਾਣੀ ਪੜ੍ਹਨ ਦਾ ਉਪਦੇਸ਼ ਕਰੇ ਉਹ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਉਹ ਆਪਣਾ ਧਿਆਨ ਕਰ ਲੈਣ,
ਬਾਣੀ ਹਮੇਸ਼ਾ ਵੱਧ ਪੜ੍ਹਨ ਵਾਲਾ, ਬਾਣੀ ਨਾਲ ਪਿਆਰ ਕਰਨ ਵਾਲਾ ਹੀ ਗੁਰਸਿੱਖ ਹੁੰਦਾ। ਜਿਹੜਾ ਘੱਟ ਬਾਣੀ ਪੜ੍ਹਨ ਨੂੰ ਕਹੇ ਉਹ ਸਾਡਾ ਮਿੱਤਰ ਨਹੀਂ ਹੈ, ਉਹ ਗੁਰੂ ਦਾ ਸਿੱਖ ਨਹੀਂ ਹੈ। ਵਾਹਿਗੁਰੂ 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 ਵਾਹਿਗੁਰੂ